ਹੁਣ ਇਹਨਾਂ ਪਿੰਡਾਂ 'ਚ ਆਉਣਾ ਵਾ, ਇਹਨਾਂ ਦਾ ਵਿਰੋਧ ਹੀ ਹੋਣਾ, ਇਹਨਾਂ ਤੇ ਸਵਾਲ ਵੀ ਉੱਠਣੇ ਆ। ਫਿਰ ਆਂਦੇ ਲੀੜੇ ਪਾੜਦੇ ਆ। ਇੱਕ ਭਾਜਪਾ ਦਾ ਸੀ ਨਾ, ਉਹਦਾ ਕੱਛਾ ਵੀ ਲਾਤਾ। ਚੋਣ ਲੜ ਜੇ ਬਾਹਰ ਕੱਢ ਕੇ ਮਾਰਦੇ ਨੇ। ਪਰ ਇਹੋ ਜਿਹਾ ਮੁੱਦਾ ਇੱਥੇ ਰਾਮਪੁਰ ਪਿੰਡ ਤੇ ਹੈਗਾ, ਤੁਹਾਡਾ ਇੱਕ ਜਿਹੜਾ ਉੱਥੇ ਪਿੰਡ ਦਾ ਪ੍ਰਧਾਨ ਹੈ, ਉਹ ਪੰਚਾਇਤ ਦਾ ਮੈਂਬਰ ਵੀ ਹੈ, ਫਿਰ ਉਹਨੂੰ ਤੁਸੀਂ ਕਿਉਂ ਨਹੀਂ ਕੱਢ ਕੇ ਬਾਹਰ ਮਾਰਿਆ? ਕਾਂਗਰਸੀ ਆ ਜਿੰਨਾ ਝੂਠੀਆਂ ਸੌਹਾਂ ਖਾਦੀਆਂ ਗੁਟਕਾ ਸਾਹਿਬ ਦੇ, ਜੋ ਵਾਅਦੇ ਕਰਨੇ ਆ ਸੋਚ ਸਮਝ ਕੇ ਕਰਿਓ। ਅੱਗੇ ਤੋਂ ਬਾਅਦ ਆ ਮੰਡੀ 'ਚ ਝੋਨਾ ਜਿਹੜਾ ਵਾ ਕਿਸ ਤਰ੍ਹਾਂ ਬਰਬਾਦ ਹੋਇਆ ਹੈਗਾ, ਕੀ ਉੱਤੇ ਹੋਇਆ ਹੈਗਾ, ਕਿਸੇ ਨੇ ਪੁੱਛਿਆ? ਉਦੋਂ ਸਿਆਸੀ ਲੋਕ ਕਿੱਥੇ ਹੋ? ਵੋਟਾਂ ਲੈਣ ਵਾਸਤੇ ਇਹਨਾਂ ਨੇ ਸਾਰੇ ਸਾਡੇ ਕੋਲ ਆਉਣਾ। ਧੀਆਂ ਭੈਣਾਂ ਸਾਡੀਆਂ ਪੜ੍ਹਾ ਸਕਦੇ ਆ, ਇਹਨਾਂ ਦੇ 1000 ਦੀ ਲੋੜ ਨਹੀਂ, ਸਾਨੂੰ 2000 ਦੀ ਲੋੜ ਨਹੀਂ। ਕਾਂਗਰਸ ਦੇ ਐਮਐਲਏ ਨੇ ਗੁੰਡਾਗਰਦੀ ਕੀਤੀ ਆ, ਉਹ ਕਿਸੇ ਨੂੰ ਭੁੱਲੀ ਨਹੀਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਪਿਛਲੇ 10 ਸਾਲ ਦੇ ਵਿੱਚ ਸੇਵਾ ਕੀਤੀ ਹੈ, ਜੋ ਕੁਝ ਵਾਅਦੇ ਕੀਤੇ ਜਨਤਾ ਦੇ ਨਾਲ, ਉਹ ਵਾਅਦੇ ਪੂਰੇ ਕੀਤੇ ਹੈ। ਅਜੀਤ ਟੀਵੀ ਦੇਖ ਰਹੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇਤਿਹਾਸਕ ਨਗਰ ਖਡੂਰ ਸਾਹਿਬ ਦੀ ਦਾਣਾ ਮੰਡੀ ਵਿੱਚ ਲੋਕਾਂ ਦੀ ਕਚਹਿਰੀ ਪ੍ਰੋਗਰਾਮ ਲੈ ਕੇ ਪੁੱਜੇ ਹਾਂ। ਸੋ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੋਏ ਨੇ। ਆਓ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਪੁੱਜੇ ਵੱਖ-ਵੱਖ ਨੁਮਾਇੰਦਿਆਂ ਦੇ ਨਾਲ ਰੂਬਰੂ ਕਰਾਉਂਦੇ ਹਾਂ। ਉਸ ਤੋਂ ਅੱਗੇ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਉਹ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡੇ ਨਾਲ ਸਰਦਾਰ ਦਿਆਲ ਸਿੰਘ ਜੀ ਮੀਆਂਵਿੰਡ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ, ਔਰ ਇਸ ਤੋਂ ਉਪਰੰਤ ਸਾਡੇ ਨਾਲ ਸਰਦਾਰ ਸੁਲੱਖਣ ਸਿੰਘ ਜੀ ਜਮਹੂਰੀ ਕਿਸਾਨ ਸਭਾ ਔਰ ਸ਼ਹੀਦ ਭਗਤ ਸਿੰਘ ਸਭਾ ਦੇ ਨੁਮਾਇੰਦੇ ਹਾਜ਼ਰ ਨੇ। ਇਸ ਤੋਂ ਉਪਰੰਤ ਸਾਡੇ ਨਾਲ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਸਾਬਕਾ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਜੀ ਬਿੱਟੂ ਖਵਾਸਪੁਰ, ਇਹ ਕਾਂਗਰਸ ਵੱਲੋਂ ਨੁਮਾਇੰਦਗੀ ਕਰ ਰਹੇ ਨੇ। ਔਰ ਇਸ ਤੋਂ ਉਪਰੰਤ ਸਾਡੇ ਨਾਲ ਅਕਾਲੀ ਦਲ ਵੱਲੋਂ ਸਰਦਾਰ ਕੁਲਦੀਪ ਸਿੰਘ ਜੀ ਔਲਖ, ਕੌਮੀ ਜਥੇਬੰਦਕ ਸਕੱਤਰ ਅਕਾਲੀ ਦਲ, ਔਰ ਉੱਘੇ ਸਮਾਜ ਸੇਵੀ ਮਾਸਟਰ ਪ੍ਰਿੰਸੀਪਲ ਗੁਰਦੇਵ ਸਿੰਘ ਜੀ, ਔਰ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ ਡਾਕਟਰ ਇੰਦਰਜੀਤ ਸਿੰਘ ਜੀ ਹੈਰੀ ਔਰ ਸੇਵਕਪਾਲ ਸਿੰਘ ਜੀ ਝਡੇਰ, ਇਹ ਸਾਰੇ ਇੱਥੇ ਸਾਡੇ ਨਾਲ ਜੁੜ ਚੁੱਕੇ ਨੇ। ਔਰ ਸਭ ਤੋਂ ਪਹਿਲਾਂ ਅਸੀਂ ਅੱਜ ਦਾ ਜਿਹੜਾ ਸਵਾਲ ਆ ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਕਰਾਂਗੇ ਕਿ ਇਹਨਾਂ ਵੱਲੋਂ ਜਿਹੜੇ ਕੇਜਰੀਵਾਲ ਸਾਹਿਬ ਇਹਨਾਂ ਦੇ ਦਿੱਲੀ ਤੋਂ ਆਉਂਦੇ ਨੇ ਔਰ ਇੱਥੇ ਗਰੰਟੀਆਂ ਦੇ ਕੇ ਜਾਂਦੇ ਨੇ। ਸੋ ਉਹਨਾਂ ਗਰੰਟੀਆਂ ਦੇ ਵਿੱਚ ਉਹਨਾਂ ਨੇ ਇੱਕ ਗਰੰਟੀ ਜਿਹੜੀ ਔਰਤਾਂ ਨੂੰ ਹਰ ਮਹੀਨੇ 1000 ਰੁਪਇਆ ਦੇਣ ਦਾ ਐਲਾਨ ਕੀਤਾ। ਸੋ ਉਹਦੇ ਬਾਰੇ ਕਾਂਗਰਸ ਦੇ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਸੀ ਕਿ ਸਾਡੀਆਂ ਔਰਤਾਂ ਜਿਹੜੀਆਂ ਨੇ ਉਹ 1000 ਰੁਪਏ ਨੂੰ ਪ੍ਰਵਾਨ ਨਹੀਂ ਕਰਨਗੇ, ਅਸੀਂ ਵਗਾ ਕੇ ਮਾਰਾਂਗੇ। ਸੋ ਉਹਦੇ ਸਬੰਧ 'ਚ ਇਹਨਾਂ ਤੋਂ ਪੁੱਛਾਂਗੇ ਵੀ ਇਹ ਜਿਹੜਾ ਇਹਨਾਂ ਨੇ ਐਲਾਨ ਕੀਤੇ ਨੇ ਉਹ ਕਿਵੇਂ ਪੂਰੇ ਕਰਨਗੇ, ਔਰ ਉਹਦੇ ਬਾਰੇ ਪੁੱਛਦੇ ਇਹਨਾਂ ਨੂੰ। ਸਭ ਤੋਂ ਪਹਿਲਾਂ ਅਜੀਤ ਵੈਬ ਟੀਵੀ ਵੇਖ ਰਹੇ ਦੇਸ਼ ਵਿਦੇਸ਼ ਵਿੱਚ ਸਭ ਵਸਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵੀਰ ਜੀ ਤੁਸੀਂ ਸਵਾਲ ਪੁੱਛਿਆ ਹੈ ਕਿ ਕੇਜਰੀਵਾਲ ਸਾਹਿਬ ਨੇ ਮਹਿਲਾਵਾਂ ਨੂੰ 1000 ਰੁਪਏ ਦੀ ਜਿਹੜੀ ਗਰੰਟੀ ਦਿੱਤੀ ਹੈ, ਉਹ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਜਿਹੜੀ ਗਰੰਟੀ ਦੇ ਕੇ ਗਏ ਨੇ ਉਹ ਕਰਕੇ ਵਿਖਾਉਣਗੇ। ਪਹਿਲਾਂ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹਨਾਂ ਤੇ ਤੰਜ ਕੱਸਦੇ ਸੀ, ਪਰ ਕੱਲ ਪਰਸੋਂ ਆਪ ਸਟੇਜ ਤੇ ਚੜ੍ਹ ਕੇ ਉਹਨਾਂ ਨੂੰ ਬੋਲਣਾ ਪੈ ਗਿਆ ਵੀ ਅਸੀਂ ਵੀ 2-2000 ਰੁਪਈਆ ਦੇਵਾਂਗੇ। ਤੁਸੀਂ ਇਸੇ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕੇਜਰੀਵਾਲ ਸਾਹਿਬ ਦੀ ਗਰੰਟੀ ਦੇ ਵਿੱਚ ਕਿੰਨਾ ਅਸਰ ਸੀ, ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਬਿਆਨ ਜਿਹੜੇ ਆ ਉਹ ਬਦਲਣੇ ਪੈ ਗਏ ਆ। ਬਾਕੀ ਕੇਜਰੀਵਾਲ ਸਾਹਿਬ ਦੀ ਗਰੰਟੀ ਉਹਨਾਂ ਨੇ ਦਿੱਲੀ ਦੇ ਵਿੱਚ ਕੰਮ ਕਰਕੇ ਵਿਖਾਇਆ ਹੈ, ਜੋ ਗਰੰਟੀਆਂ ਪੰਜਾਬ ਦੇ ਵਿੱਚ ਦੇਣਗੇ ਉਹ ਜ਼ਰੂਰ ਕਰਕੇ ਵਿਖਾਉਣਗੇ। ਇਸ ਤੋਂ ਅੱਗੇ ਅਸੀਂ ਜਿਹੜਾ ਸਵਾਲ ਉਹ ਕੁਲਦੀਪ ਸਿੰਘ ਜੀ ਔਲਖ ਅਕਾਲੀ ਦਲ ਵੱਲੋਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਇੱਕ ਤਾਂ ਕਾਂਗਰਸ ਨੇ ਪਿਛਲੇ ਦਿਨੀ 100 ਦਿਨ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ, ਉਹਦੇ ਵਿੱਚ ਉਹਨਾਂ ਨੇ 100 ਵਾਅਦੇ ਪੂਰੇ ਕਰਨ ਦਾ ਜਿਹੜਾ ਉਹ ਪਬਲਿਕ ਦੇ ਸਾਹਮਣੇ ਪੇਸ਼ ਕੀਤਾ ਹੈ। ਸੋ ਉਹਨਾਂ ਵਾਅਦਿਆਂ ਨੂੰ ਇਹ ਕਿਵੇਂ ਲੈਂਦੇ ਨੇ? ਕੁਲਦੀਪ ਸਿੰਘ ਜੀ ਔਲਖ। ਦੇਖੋ ਜੀ, ਕਾਂਗਰਸ ਪਾਰਟੀ ਨੇ ਬਹੁਤ ਸ਼ੁਰੂ ਤੋਂ ਲੈ ਕੇ ਬੜੇ ਵਾਅਦੇ ਕੀਤੇ ਹੈ।
ਪਿਛਲੇ 5 ਸਾਲ ਜਦੋਂ ਇਹਨਾਂ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਤੇ ਇੰਨੇ ਵਾਅਦੇ ਕੀਤੇ ਤਾਂ ਆਪਾਂ ਬੜੀ ਚੰਗੀ ਤਰ੍ਹਾਂ ਜਾਣਦੇ ਵੀ ਕੋਈ ਵੀ ਇਹਨਾਂ ਨੇ ਵਾਅਦਾ ਨਹੀਂ ਪੂਰਾ ਕੀਤਾ। ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਵਿਕਾਸ ਦੇ ਆਧਾਰ ਤੇ ਇਲੈਕਸ਼ਨ ਲੜਾਂਗੇ। ਅਸੀਂ ਨਾ ਤਾਂ ਕਿਸੇ ਦੀਆਂ ਪਰਚੀਆਂ ਪਹਿਲਾਂ ਕੱਟਦੇ ਹਾਂ, ਨਾ ਕੋਈ ਗੁਟਕਾ ਸਾਹਿਬ ਦੀ ਸਹੁੰ ਖਾਂਦੇ ਹਾਂ। ਸਿਰਫ ਇੱਕੋ ਗੱਲ ਕਹਿੰਦੇ ਆ ਵੀ ਵਿਕਾਸ ਦੇ ਆਧਾਰ ਤੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਪਿਛਲੇ 10 ਸਾਲ ਦੇ ਵਿੱਚ ਸੇਵਾ ਕੀਤੀ ਹੈ, ਜੋ ਕੁਝ ਵਾਅਦੇ ਕੀਤੇ ਜਨਤਾ ਦੇ ਨਾਲ, ਉਹ ਵਾਅਦੇ ਪੂਰੇ ਕੀਤੇ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣੇਗੀ ਔਰ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੇ ਸ਼ਾਨ ਦੇ ਨਾਲ ਜਿੱਤ ਹਾਸਲ ਕਰੇਗਾ। ਸਾਡੇ ਨਾਲ ਇਸ ਵੇਲੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਸਰਦਾਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਸਾਹਿਬ, ਜਿਨ੍ਹਾਂ ਦੇ ਖਡੂਰ ਸਾਹਿਬ ਹਲਕੇ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਨੇ, ਇੱਥੋਂ ਟਿਕਟ ਦਾ ਉਹਨਾਂ ਦਾ ਐਲਾਨ ਹੋ ਚੁੱਕਾ ਹੈ, ਟਿਕਟ ਮਿਲ ਚੁੱਕੀ ਹੈ ਖਡੂਰ ਸਾਹਿਬ ਹਲਕੇ ਤੋਂ। ਸੋ ਉਹਨਾਂ ਦੇ ਫਰਜ਼ੰਦ ਨੇ, ਇਹਨਾਂ ਨੂੰ ਆਪਾਂ ਪੁੱਛਦੇ ਹਾਂ ਵੀ ਕਾਂਗਰਸ ਜਿਹੜੀ ਆ ਉਹ ਇੱਥੇ ਪਿਛਲੇ 5 ਸਾਲਾਂ ਦੇ ਵਿੱਚ ਉਹਨਾਂ ਦਾ ਕੀ ਇੱਥੇ ਯੋਗਦਾਨ ਰਿਹਾ ਹਲਕੇ ਨੂੰ ਔਰ ਇਹ ਕਿਸ ਤਰ੍ਹਾਂ ਦੇਖਦੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਅਜੀਤ ਵੈਬ ਦਾ ਬਹੁਤ ਧੰਨਵਾਦੀ ਹਾਂ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਪਾਰਟੀਆਂ ਤੇ ਉਮੀਦਵਾਰਾਂ ਨੇ ਇਲੈਕਸ਼ਨ ਲੜਨੀ ਹੈ, ਉਹਨਾਂ ਸਾਰੀਆਂ ਹੀ ਪਾਰਟੀਆਂ ਨੂੰ ਅੱਜ ਤੁਸੀਂ ਸੱਦ ਕੇ ਲੋਕਾਂ ਦੇ ਰੂਬਰੂ ਕਰਾ ਰਹੇ ਜੀ। ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ, ਇੱਥੋਂ ਦੇ ਵਿਧਾਇਕ ਦੀ ਗੱਲ ਕੀਤੀ ਜਾਵੇ, ਮੇਰਾ ਖਿਆਲ ਕਿ ਮੇਰੇ ਨਾਲੋਂ ਜ਼ਿਆਦਾ ਤੇ ਹੁਣ ਹੋਰ 10-15 ਦਿਨਾਂ ਨੂੰ ਨਾ ਜਿਹੜੇ ਇਹਨਾਂ ਦੇ ਸਰਪੰਚ ਸੀ ਉਹ ਚੰਗੀ ਤਰ੍ਹਾਂ ਦੱਸ ਦੇਣਗੇ ਵੀ ਇਹਨਾਂ ਨੇ ਕੀ ਕੀਤਾ। ਤੁਸੀਂ 100 ਦਿਨ ਦੀ ਰਿਪੋਰਟ ਕਾਰਡ ਦੀ ਗੱਲ ਕਰਦੇ ਆ, ਮੈਂ ਕਹਿ ਸਕਦਾ ਕਿ 5 ਸਾਲਾਂ ਦੇ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਦੇ ਵਿੱਚ 50 ਦਿਨ ਨਹੀਂ ਆਇਆ MLA, ਨਾ ਕਿਸੇ ਦੁੱਖ 'ਚ ਨਾ ਕਿਸੇ ਸੁੱਖ 'ਚ, ਨਾ ਵਿਕਾਸ ਦੀ ਉਹਨੇ ਕੋਈ ਗੱਲ ਕੀਤੀ। ਜਿਹੜਾ ਵਿਕਾਸ ਹੋਇਆ ਵਾ ਉਹ ਪਿਛਲੇ ਸਮੇਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਹੋਇਆ। 12 ਦੇ ਵਿੱਚ ਫਿਰ ਦੁਬਾਰਾ ਸਰਕਾਰ ਬਣ ਗਈ। ਬ੍ਰਹਮਪੁਰਾ ਸਾਹਿਬ ਬੇਸ਼ੱਕ ਸਰਕਾਰ ਦੇ ਵਿੱਚ ਭਾਈਵਾਲ ਨਹੀਂ ਸੀ, ਲੇਕਿਨ ਫਿਰ ਵੀ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਬਹੁਤ ਵੱਡੀ ਸੇਵਾ ਕੀਤੀ। ਇਹ 'ਚ ਦੱਸਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਕੋਈ ਇਹੋ ਜਿਹਾ ਪਿੰਡ ਨਹੀਂ ਜਿਨ੍ਹਾਂ ਦੇ ਜਿਹੜੇ ਰਸਤੇ ਸੀ 3-3 4-4 10-10 ਕਿੱਲੇ ਰਸਤੇ ਸੀ, ਖੇਤਾਂ ਦੇ ਵਿੱਚ ਰਸਤਾ ਕੋਈ ਨਹੀਂ ਰਹਿਣ ਦਿੱਤਾ, ਸਾਰੇ ਪੱਕੇ ਕਰਵਾਏ ਗਏ, ਸੜਕਾਂ ਦੇ ਜਾਲ ਵਿਛਾਏ ਗਏ। ਜਦੋਂ ਜਿਮਨੀ ਚੋਣ ਵੀ ਹੋਈ ਸੀ ਉਦੋਂ ਵੀ ਤਕਰੀਬਨ 40 ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ, 25 ਕਰੋੜ ਰੁਪਈਆ ਉਦੋਂ ਦਿੱਤਾ ਔਰ ਕੱਲੇ ਪਿੰਡ ਦੇ ਵਿੱਚ ਜਾ ਕੇ ਅਸੀਂ ਸੰਗਤ ਦਰਸ਼ਨ ਕਰਕੇ ਜਿਹੜੇ ਬਿਜਲੀ ਦੀ ਸਮੱਸਿਆ ਸੀ, ਜਿਹੜੇ ਲੋਕ ਖੇਤਾਂ ਦੇ ਵਿੱਚ ਰਹਿੰਦੇ ਸੀ, ਜਿਨ੍ਹਾਂ ਨੂੰ 24 ਘੰਟੇ ਦੀ ਸਪਲਾਈ ਦੀ ਬੜੀ ਸਮੱਸਿਆ ਸੀ, ਉਹ ਸਮੱਸਿਆ ਵੀ ਜਿਹੜੀ ਆ ਉਹ ਦੂਰ ਕੀਤੀ। ਇਸ ਕਰਕੇ ਮੈਂ ਸਮਝਦਾ ਕਿ ਜਿਹੜੀਆਂ ਹੁਣ 2022 ਦੀਆਂ ਚੋਣਾਂ ਵਾ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਬੜੇ ਜ਼ੋਰੋ ਖਰੋਸ਼ ਦੇ ਨਾਲ ਫਿਰ ਸਰਕਾਰ ਬਣਾਊਗਾ ਔਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਜਿਹੜੇ ਨੇ ਵਰਕਰ ਨੇ, ਲੋਕ ਨੇ, ਉਹਨਾਂ ਨੇ ਫਿਰ ਦੁਬਾਰਾ ਮਨ ਬਣਾਇਆ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੂੰ ਜਿਹੜਾ ਜਿਤਾਉਣ ਦਾ ਮਨ ਬਣਾਇਆ। ਪਿਛਲੇ ਕੁਝ ਸਮੇਂ ਦੇ ਵਿੱਚ ਇੱਥੇ ਜਿਹੜਾ ਇੱਕ ਸ਼ਰਾਬ ਦੇ ਨਾਲ ਖਡੂਰ ਸਾਹਿਬ ਹਲਕੇ 'ਚ ਕਾਫੀ ਮੌਤਾਂ ਹੋਈਆਂ ਸੀਗੀਆਂ, ਉਦੋਂ ਉਹ ਜਿਹੜਾ ਨਾਮ ਸੀ ਕਾਂਗਰਸ ਦਾ, ਕੁਝ ਨੁਮਾਇੰਦਿਆਂ ਦਾ ਨਾਂ ਲੱਗਦਾ ਸੀ ਵੀ ਉਹਨਾਂ ਨੇ ਬਦੌਲਤ ਜਿਹੜੀਆਂ ਇੱਥੇ ਮੌਤਾਂ ਹੋਈਆਂ ਨੇ। ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ, ਉਦੋਂ ਤਾਂ ਸ਼ਰੇਆਮ ਲੋਕਾਂ ਨੇ ਸਿੱਕੀ ਨੂੰ ਦਾ ਵੀ ਨਾਂ ਲਿਆ ਵਾ, ਲੁੱਕ ਕੇ ਗੱਲ ਕਰਨ ਵਾਲੀ ਕੋਈ ਗੱਲ ਨਹੀਂ। ਜਰਮਨ ਦਾ ਨਾਂ ਵੀ ਲਿਆ ਵਾ, ਕੋਈ ਕਤਰ ਨਹੀਂ ਛੱਡੀ ਲੋਕਾਂ ਨੇ। ਲੋਕਾਂ ਤੇ ਰੌਲਾ ਪਾਇਆ ਵੀ ਸਾਡਾ ਜਿਹੜਾ ਵਾ ਠੇਕੇਦਾਰ ਜਿਹੜੇ ਸੀ ਉਹ ਰੋਂਦੇ ਸੀ ਕਿ ਅਸੀਂ ਸਰਕਾਰ ਨੂੰ ਰੈਵਨਿਊ ਭਰ ਕੇ ਦਿੱਤਾ ਤੇ ਸਾਡੀ ਸ਼ਰਾਬ ਨਹੀਂ ਵਿਕਣ ਦਿੰਦੇ, ਅਸੀਂ ਆਪਣਾ ਰੈਵਨਿਊ ਕਿੱਥੋਂ ਪੂਰਾ ਕਰਨਾ। ਤੇ ਪਿੰਡਾਂ ਦੇ ਵਿੱਚੋਂ ਬਾਹਰੋਂ ਨਕਲੀ ਸ਼ਰਾਬ ਬਣਾ ਕੇ ਇੱਥੇ ਲਿਆਉਂਦੇ ਸੀ, ਵੇਚਦੇ ਸੀ। ਜੋ ਪਿਛਲੇ 5 ਸਾਲਾਂ ਦੇ ਵਿੱਚ ਇਸ ਕਾਂਗਰਸ ਦੇ MLA ਨੇ ਗੁੰਡਾਗਰਦੀ ਕੀਤੀ ਆ ਉਹ ਕਿਸੇ ਨੂੰ ਭੁੱਲੀ ਨਹੀਂ। ਉਹ ਜਿਹੜਾ 100 ਬੰਦਾ ਮਰਿਆ ਸੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ, ਸ਼ਰੇਆਮ ਉਹਨਾਂ ਨੇ ਕਿਹਾ ਸੀ ਕਿ ਇਹਦੇ ਵਿੱਚ ਸਿੱਕੀ ਤੇ ਉਹਦੇ ਬੰਦਿਆਂ ਦਾ ਜਿਹੜਾ ਹੱਥ ਆ। ਇਹ ਹੁਣ ਗੱਲ ਵੱਖਰੀ ਆ ਕਿ ਜਦੋਂ ਸਰਕਾਰ ਹੁੰਦੀ ਆ ਕੋਈ ਕਿਸੇ ਨੇ ਪਰਚਾ ਨਹੀਂ ਕੀਤਾ। ਆਮ ਬੰਦਾ ਜੇ ਕੋਈ ਪੱਠੀ ਫੜੀ ਜਾਵੇ, ਆਮ ਬੰਦੇ ਦੇ ਘਰੋਂ 2 ਬੋਤਲਾਂ ਫੜੀਆਂ ਜਾਣ, ਉਹਦੇ ਉਸੇ ਵੇਲੇ ਪਰਚਾ ਹੋ ਜਾਂਦਾ। ਤੇ ਕੀ ਗੱਲ ਇਹੋ ਜਿਹੇ ਬੰਦਿਆਂ ਤੇ ਪਰਚਾ ਨਹੀਂ ਹੋਣਾ ਚਾਹੀਦਾ? ਮੈਂ ਸਮਝਦਾ ਕੋਈ ਵੀ ਸਰਕਾਰ ਹੋਵੇ ਇਹੋ ਜਿਹਾ ਗੰਦਾ ਕਾਰੋਬਾਰ ਨਹੀਂ ਹੋਣਾ ਚਾਹੀਦਾ। ਲੋਕਾਂ ਦੀ ਜਾਨ ਦੇ ਨਾਲ, ਲੋਕਾਂ ਦੇ ਮਾਲ ਦੇ ਨਾਲ ਖਿਲਵਾੜ ਨਹੀਂ ਕਰਨੀ ਚਾਹੀਦੀ। ਆਪਣਾ ਉਹਦੇ ਬਾਰੇ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੇ ਉਸ 'ਤੇ ਬਹੁਤ ਤੰਜ ਕੱਸੇ ਨੇ, ਸੋ ਉਹਦੇ ਬਾਰੇ ਦੱਸਣਗੇ ਕਿ ਕੀ ਇਹ ਵਾਅਦੇ ਪੂਰੇ ਹੋਏ ਜੇ ਜਾਂ ਨਹੀਂ ਹੋਏ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਅਜੀਤ ਵੈਬ TV ਦਾ। ਤੁਸੀਂ ਸਾਨੂੰ ਸੁਣ ਕੇ ਲੋਕਾਂ ਸਾਹਮਣੇ ਪੇਸ਼ ਕਰਨ ਵਾਸਤੇ ਜਿਹੜਾ ਉਪਰਾਲਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਗੱਲ ਦੱਸਣ ਵਾਲੀ ਤਾਂ ਵਾ ਜੇ ਕੋਈ ਗੱਲ ਲੁਪੀ ਛਿਪੀ ਹੋਵੇ। ਜੋ ਚੰਨੀ ਸਾਹਿਬ ਨੇ 100 ਦਿਨ ਦੇ ਵਿੱਚ ਕਰਕੇ ਵਿਖਾਇਆ, ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਉਹ ਜਿਹੜੇ ਇਸ਼ੂ ਜਿਹੜੇ ਹਰ ਬੰਦੇ ਨੂੰ ਲੜੀਂਦੀਆਂ ਗੱਲਾਂ ਉਹ ਤੁਹਾਡੇ ਸਾਹਮਣੇ ਆ। ਜੇ ਉਹਨਾਂ ਨੇ ਆਪਾਂ ਵੇਖਿਆ ਪਿੰਡਾਂ ਦੇ ਵਿੱਚ
ਲੋਕਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ ਸੀ, ਬਹੁਤ ਵੱਡਾ ਲੋਕਾਂ ਦੇ ਬੋਝ ਸੀ। ਇੱਕਦਮ ਸਾਰਾ ਉਹ 2 ਕਿਲੋਵਾਟ ਤੱਕ ਜਿਨ੍ਹਾਂ ਦਾ ਸਾਰਾ ਮਾਫ ਕਰਤਾ। ਕਰੋੜਾਂ ਰੁਪਈਏ ਜਿਹੜੇ ਆ ਲੋਕਾਂ ਨੂੰ ਨਿੱਜੀ ਤੌਰ ਤੇ ਉਹਦਾ ਫਾਇਦਾ ਹੋਇਆ। ਫਿਰ ਪਾਣੀ ਵਾਲੀਆਂ ਟੈਂਕੀਆਂ, ਪਿੰਡਾਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਸਾਰੀਆਂ ਬੰਦ ਪਈਆਂ ਸੀ, ਉਹਦੇ ਵਿੱਚ ਸਾਰਿਆਂ ਦੇ ਕਨੈਕਸ਼ਨ ਕੱਟੇ ਸੀ, ਲੱਖਾਂ ਰੁਪਈਆ ਬਿੱਲ ਸੀ, ਉਹ ਉਹਨਾਂ ਨੇ ਮਾਫ ਕਰ ਦਿੱਤਾ। ਉਹਨਾਂ ਜੋ ਵੀ ਕਿਹਾ ਉਹਨਿਆਂ ਦਿਨਾਂ 'ਚ ਕਰਕੇ ਵਿਖਾਇਆ, ਉਹ 'ਚ ਕੋਈ ਸ਼ੱਕ ਨਹੀਂ। ਇਹ ਤਾਂ ਠੀਕ ਆ ਵੀ ਅਸੀਂ ਸਾਨੂੰ ਭੰਡਣਾ, ਆਪੋਜੀਸ਼ਨਾਂ ਜਿਹੜੀਆਂ ਉਹ ਕਹਿੰਦੀਆਂ ਹੁੰਦੀਆਂ ਕੁਛ ਨਹੀਂ ਕੀਤਾ। ਜੋ ਉਹਨਾਂ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ, ਉਹਦੇ 'ਚ ਕੋਈ ਹੱਥ ਕਥਨੀ ਨਹੀਂ ਹੈ। ਜੋ ਕਰ ਰਹੇ ਆ ਦਿਨ ਰਾਤ ਕਰ ਰਹੇ ਆ, ਡਟ ਕੇ ਕਰ ਰਹੇ ਆ। ਬੜੀਆਂ ਵੱਡੀਆਂ ਸਹੂਲਤਾਂ ਲੋਕਾਂ ਨੂੰ ਜਿਹੜੀਆਂ ਦਿੱਤੀਆਂ ਉਹ ਤੁਹਾਡੇ ਸਾਰਿਆਂ ਸਾਹਮਣੇ। ਜੇ ਆਪਾਂ ਚੇਅਰਮੈਨ ਸਾਹਿਬ ਹਲਕੇ ਦੀ ਗੱਲ ਕਰੀਏ, ਇੱਥੇ ਹਲਕੇ ਦੇ ਵਿੱਚ ਇੱਕ ITI ਆ, ਉਹ ਸਰਕਾਰੀ ਆ, ਪਰ ਉਹ ਪ੍ਰਾਈਵੇਟ ਹੱਥਾਂ 'ਚ ਦਿੱਤੀ ਗਈ ਆ। ਕਿ ਤੁਹਾਡੀ ਸਰਕਾਰ ਜਾਂ ਤੁਹਾਡਾ ਹਲਕੇ ਦਾ ਜਿਹੜਾ ਵਿਧਾਇਕ ਆ ਉਹ ਉਹਨੂੰ ਸਰਕਾਰੀ ਹੱਥਾਂ 'ਚ ਚਲਾ ਸਕਦਾ ਜਾਂ ਨਹੀਂ, ਉਹ ਪ੍ਰਾਈਵੇਟ ਕਿਉਂ ਦਿੱਤੀ ਗਈ ਹੈ? ਵੇਖੋ ਗੱਲ ਇਹ ਆ ਵੀ ਚੰਗਾ ਹੁੰਦਾ ਜੇ MLA ਸਾਹਿਬ ਨੂੰ ਤੁਸੀਂ ਇੱਥੇ ਬੁਲਾਇਆ, ਤਾਂ ਪਤਾ ਨਹੀਂ ਬੁਲਾਇਆ ਕਿ ਨਹੀਂ ਬੁਲਾਇਆ। ਅਸੀਂ ਇਹ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ PA ਨੂੰ ਅੱਜ ਦੇ ਪ੍ਰੋਗਰਾਮ ਬਾਰੇ ਸੁਨੇਹਾ ਦਿੱਤਾ ਸੀਗਾ, ਔਰ ਉਹਨਾਂ ਨੇ ਉਹਨਾਂ ਦੀ ਨੁਮਾਇੰਦਗੀ ਕਰਨ ਵਾਸਤੇ ਉਹਨਾਂ ਨੇ ਆਖਿਆ ਕਿ ਵਿਧਾਇਕ ਸਾਹਿਬ ਚੰਡੀਗੜ੍ਹ ਗਏ ਨੇ, ਔਰ ਉਹਨਾਂ ਨੇ ਸਰਪੰਚ ਜਗਰੂਪ ਸਿੰਘ ਉਹਨਾਂ ਨੂੰ ਸ਼ਾਇਦ ਇੱਥੇ ਭੇਜਿਆ। ਉਹ ਸਾਡੇ ਕੋਲ ਹਾਜ਼ਰ ਹੋ ਗਏ ਨੇ, ਪਹੁੰਚ ਚੁੱਕੇ ਨੇ। ਉਸ ਬਾਰੇ ਅਸੀਂ ਉਹਨਾਂ ਦੇ ਕੋਲੋਂ ਵਿਚਾਰ ਪੇਸ਼ ਕਰਾਂਗੇ ਜੀ। ਵੇਖੋ ਜਿਹੜੀ ITI ਵਾਲੀ ਗੱਲ ਆ, ਇਹ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵੀ ਸਰਕਾਰ ਨੇ ਪਿਛਲੇ 20-25 ਸਾਲ ਤੋਂ ਇੱਕ ਇੰਨਾ ਰੁਪਈਆ ਖਰਚ ਕਰਕੇ, ਉਹ ਇਕੱਲੇ ਇਸ ਵਿਧਾਇਕ ਦੀ ਨਹੀਂ, ਪਿਛਲੇ ਵਿਧਾਇਕਾਂ ਦੀ ਵੀ ਨਲਾਇਕੀ ਹੈ ਵੀ ਐਡੀ ਵੱਡੀ ਬਿਲਡਿੰਗ ਹੋਵੇ ਤੇ ਉਹ ਪ੍ਰਾਈਵੇਟ ਹੱਥਾਂ 'ਚ ਦਿੱਤੀ ਹੋਵੇ। ਅਸੀਂ ਉੱਥੇ ਜਿਹੜਾ ਸਟਾਫ ਮੁਹੱਈਆ ਨਹੀਂ ਕਰਾ ਸਕੇ, ਲੋਕਾਂ ਨੂੰ ਦੇ ਨਹੀਂ ਸਕੇ। ਕਿਉਂ ਨਹੀਂ ਦੇ ਸਕੇ? ਕਿਉਂਕਿ ਸਾਡਾ ਧਿਆਨ ਹੀ ਨਹੀਂ ਇੱਧਰ। ਵਿਕਾਸ ਕਿਹਨੂੰ ਕਹਿੰਦੇ ਆ? ਸਿਹਤ ਤੇ ਸਿੱਖਿਆ। ਤੁਹਾਡੇ ਸਾਹਮਣੇ ਉੱਥੇ ਸਬ ਡਿਵੀਜ਼ਨਲ ਹਸਪਤਾਲ ਆ, ਪੱਟੀ ਵੀ ਹੈਗਾ, ਇੱਥੇ ਵੀ ਹੈਗਾ ਸਬ ਡਿਵੀਜ਼ਨਲ ਹਸਪਤਾਲ, ਐਡੀ ਵੱਡੀ ਬਿਲਡਿੰਗ ਜਿਹਦੇ ਵਿੱਚ ਡਾਕਟਰ ਹੀ ਹੈ ਨਹੀਂ। ਪਿਛਲੇ ਲੰਮੇ ਸਮੇਂ ਤੋਂ ਅੱਜ ਤੱਕ ਇੱਕ ਆਪਰੇਸ਼ਨ ਵੀ ਨਹੀਂ ਇੱਥੇ ਕੀਤਾ ਗਿਆ। ਬੱਚਿਆਂ ਦਾ ਡਾਕਟਰ ਇੱਥੇ ਹੈ ਨਹੀਂ, ਹੱਡੀਆਂ ਦਾ ਡਾਕਟਰ ਇੱਥੇ ਹੈ ਨਹੀਂ, ਔਰਤ ਰੋਗਾਂ ਦਾ ਮਾਹਰ ਡਾਕਟਰ ਇੱਥੇ ਹੈ ਨਹੀਂ। ਦੇਖੋ ਇਹ ਕਿੰਨੇ ਕਰਨਾ ਹੈ? ਇਹਦੀ ਜ਼ਿੰਮੇਵਾਰੀ ਉਹਦੀ ਬਣਦੀ ਹੈ ਜਿਹੜਾ ਇੱਥੇ ਹਲਕੇ ਦੀ ਨੁਮਾਇੰਦਗੀ ਕਰਦਾ, ਜਿਹੜਾ ਆਗੂ ਆ। ਇਹ ਉਹ ਆਮ ਕਹਾਵਤ ਆ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਤੇ ਜਦੋਂ ਅਸੀਂ ਧਿਆਨ ਨਾ ਦੇਵਾਂਗੇ, ਉਹ ਗੱਲਾਂ ਹੁਣ ਅੱਜ ਸਾਨੂੰ ਸੁਣਨੀਆਂ ਪੈ ਰਹੀਆਂ। ਚੰਗਾ ਹੁੰਦਾ ਲੋਕਾਂ ਦੀ ਕਚਹਿਰੀ 'ਚ ਖੜਦਾ, ਕਿਉਂ ਭੱਜਦਾ? ਲੋਕਾਂ ਨੂੰ ਜਵਾਬ ਦਿੰਦਾ ਵੀ ਮੈਂ ਕੀ ਕੀਤਾ। ਜੋ ਕੀਤਾ ਲੋਕਾਂ ਦੇ ਸਾਹਮਣੇ ਹੈ। ਦੇਖੋ ਠੀਕ ਹੈ, ਪਾਰਟੀ ਦੀ ਗੱਲ, ਅਸੀਂ ਪਾਰਟੀ ਦੇ ਵਿੱਚ ਹਾਂ, ਪਰ ਸੱਚੀ ਗੱਲ ਜਿਹੜੀ ਆ ਲੋਕਾਂ ਦੇ ਸਾਹਮਣੇ ਕਹਾਂਗੇ। ਅਸੀਂ ਕੀਤੀਆਂ ਉਹਨੇ ਭੁਗਤਾਂਗੇ, ਅਸੀਂ ਨਹੀਂ, ਕੋਈ ਭੁਗਤੇਗਾ ਜਿਹਨੇ ਕੀਤੀਆਂ। ਕਿ ਤੁਸੀਂ ਕੀ ਕਹਿੰਦੇ ਜੇ ਕਿ ਇਹ 2-2 ਹਜ਼ਾਰ ਔਰਤਾਂ ਨੂੰ ਮਿਲਣਗੇ ਜਾਂ ਇਹ ਇੱਕ ਜੁਮਲੇ ਛੱਡੇ ਜਾ ਰਹੇ ਆ ਚੋਣਾਂ ਜਿੱਤਣਾ ਤੇ? ਵੇਖੋ ਜੋ ਵੀ ਕੁਝ ਦਿੰਦਾ ਲੈਣਾ ਚਾਹੀਦਾ, ਪਰ ਮਿਲਣਾ ਚਾਹੀਦਾ। ਭਾਵੇਂ ਕੋਈ ਕਹਿੰਦਾ, ਭਾਵੇਂ ਆਮ ਆਦਮੀ ਪਾਰਟੀ ਵਾਲਾ ਕਹਿੰਦਾ, ਭਾਵੇਂ ਖਾਸ ਵਾਲਾ ਕਹਿੰਦਾ, ਭਾਵੇਂ ਬਾਦਲ ਸਾਹਿਬ ਕਹਿੰਦੇ ਆ, ਭਾਵੇਂ ਸਿੱਧੂ ਸਾਹਿਬ ਕਹਿੰਦੇ ਆ, ਜੋ ਕਹਿੰਦੇ ਉਹ ਅਮਲ 'ਚ ਲਿਆਉਣਾ ਚਾਹੀਦਾ। ਲੋਕਾਂ ਨੂੰ ਦੇਣ ਸਹੂਲਤ ਯਾਰ, ਦੇਣੀ ਚਾਹੀਦੀ ਹੈ, ਕਿਉਂ ਨਹੀਂ ਲੈਣੀ ਚਾਹੀਦੀ, ਪਰ ਦੇਣ ਜ਼ਰੂਰ। ਆਓ ਹੁਣ ਆਪਾਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਭੇਜੇ ਨੁਮਾਇੰਦੇ ਸਰਦਾਰ ਜਗਰੂਪ ਸਿੰਘ ਜੀ ਸਰਪੰਚ ਸਾਹਿਬ, ਉਹਨਾਂ ਨਾਲ ਗੱਲ ਕਰਦੇ ਆ ਕਿ ਹੁਣ ਇੱਥੇ ਜਿਹੜੇ ਇੱਥੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਵਿਧਾਇਕ ਸਾਹਿਬ ਇੱਥੇ 4.5 ਹਲਕੇ 'ਚ ਵੜੇ ਨਹੀਂ 4.5 ਸਾਲ, ਔਰ ਜਿਹੜੇ ਪਿਛਲੇ ਦਿਨੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਨੇ ਹਲਕੇ 'ਚ, ਉਹ ਵੀ ਕਾਂਗਰਸ ਦੇ ਕੁਝ ਨੁਮਾਇੰਦਿਆਂ ਵੱਲੋਂ ਸ਼ਰਾਬ ਜਿਹੜੀ ਜ਼ਹਿਰੀਲੀ ਇੱਥੇ ਪੇਸ਼ ਕੀਤੀ ਗਈ, ਉਹਦੇ ਨਾਲ ਅਨੇਕਾਂ ਜਿਹੜੇ ਵਿਅਕਤੀ ਇੱਥੇ ਮਾਰੇ ਗਏ। ਇਹਦੇ ਸੰਬੰਧ ਸਰਪੰਚ ਸਾਹਿਬ ਤੁਹਾਡਾ ਕੀ ਕਹਿਣਾ ਜੀ? ਵੇਖੋ ਇਹ ਜਿਹੜੇ ਸਿੱਕੀ ਸਾਹਿਬ ਹਲਕੇ ਦੇ ਰਹਿਣ ਦੀ ਗੱਲ ਆ, ਵੇਖੋ ਲਗਭਗ ਹਾਜ਼ਰੀ ਭਰੀ ਗਏ, ਐਡੀ ਗੱਲ ਕੋਈ ਨਹੀਂ ਹੈਗੀ। ਬਾਕੀ ਹੁਣ ਚੰਡੀਗੜ੍ਹ ਕੰਮ ਜ਼ਿਆਦੇ ਆ, ਉੱਥੋਂ ਇਹ ਸਕੀਮਾਂ ਪਿੰਡਾਂ ਨੂੰ ਆਉਂਦੀਆਂ, ਉੱਥੋਂ ਲੈ ਕੇ ਹੁਣ ਚਲੋ ਇਹ ਮੰਗਾਂ ਮੰਨਦੇ ਆ, ਪਰ ਲਗਭਗ ਹਾਜ਼ਰੀ ਬਰਾਬਰ ਰਹੀ, ਏਡੀ ਘੱਟ ਨਹੀਂ ਰਹੀ ਜਿੰਨਾ ਆਪਾਂ ਪ੍ਰਪੋਰਟ ਕੀਤਾ ਸਾਰਿਆਂ ਨੇ। ਤੇ ਜਿਹੜੀਆਂ ਪਿਛਲੇ ਦਿਨੀ ਸ਼ਰਾਬ ਨਾਲ ਮੌਤਾਂ ਹੋਈਆਂ, ਉਹਦੇ ਵਿੱਚ ਜਿਹੜਾ ਕਾਂਗਰਸੀ ਦਾ ਨਾਮ ਬੋਲਦਾ ਰਿਹਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਵੇਖੋ ਉਹ ਤੇ ਜਿਹੜਾ ਮੌਜੂਦਾ ਵਿਧਾਇਕ ਆ ਸਰਕਾਰ ਆ, ਉਹ ਵਿਰੋਧੀ ਪਾਰਟੀਆਂ ਐਲੀਗੇਸ਼ਨ ਆਉਂਦੀਆਂ ਹੁੰਦੀਆਂ ਵਾ, ਪਰ ਸਾਬਤ ਨਹੀਂ ਹੋਈ ਏਡੀ ਗੱਲ, ਨਹੀਂ ਕੋਈ ਗੱਲ ਸਾਬਤ ਨਹੀਂ ਕੋਈ ਹੋਇਆ ਇਹਨਾਂ ਦਾ। ਐਲੀਗੇਸ਼ਨ ਲੱਗਦੇ ਹੁੰਦੇ ਵਿਰੋਧੀ ਲਾਉਂਦੀਆਂ ਵਿਰੋਧੀ ਪਾਰਟੀਆਂ। ਠੀਕ ਹੈ, ਜਿਹੜੇ ਵਾਅਦੇ ਕੀਤੇ ਜਾਂਦੇ ਨੇ ਚੋਣਾਂ ਸਮੇਂ, ਜਿਹੜੇ ਅਨੇਕਾਂ ਵਾਅਦੇ ਕੀਤੇ ਜਾਂਦੇ ਨੇ, ਕਿ ਉਹਨਾਂ ਨੂੰ ਪੂਰਾ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ? ਉਹ ਚੋਣ ਵਾਅਦੇ ਉਹਨਾਂ ਨੂੰ ਕਰਨੇ ਚਾਹੀਦੇ ਆ, ਨਹੀਂ ਕਰਨੇ ਚਾਹੀਦੇ? ਸੋ ਇਸ ਬਾਰੇ ਆਪਣੇ ਨਾਲ ਜੁੜ ਚੁੱਕੇ ਨੇ ਸਰਦਾਰ ਦਿਆਲ ਸਿੰਘ ਜੀ, ਮੀਆਂਵਿੰਡ ਜ਼ੋਨ ਪ੍ਰਧਾਨ, ਸ੍ਰੀ ਗੁਰੂ ਅੰਗਦ ਦੇਵ ਜੀ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਆਪਣੇ ਅਜੀਤ ਵੈਬਸਾਈਟ ਦਾ ਮੈਂ ਬਹੁਤ ਧੰਨਵਾਦ ਕਰਦਾ, ਜਿਹੜਾ ਲੋਕ ਕਚਹਿਰੀ ਸਾਨੂੰ ਖੜੇ ਕੀਤਾ। ਇਹ ਹਰ ਮਹੀਨੇ ਇਹ ਕੰਮ ਹੋਣਾ ਚਾਹੀਦਾ ਵਾ। ਸਾਰੀਆਂ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਆਮੋ ਸਾਹਮਣੇ ਹੋਣ, ਫੇਰ ਪਤਾ ਲੱਗੇ ਕੀ ਕੰਮ ਕੀਤਾ ਵਾ। ਇਹ ਮੈਂ ਹੁਣ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜਿਸ ਤਰ੍ਹਾਂ ਅਕਾਲੀ ਪਾਰਟੀ ਬਰਮਪੁਰਾ ਸਾਹਿਬ ਬੋਲ ਕੇ ਗਿਆ, ਅਸੀਂ 10 ਸਾਲ ਰਾਜ ਕੀਤਾ। ਕਾਂਗਰਸੀ ਆ ਜਿਨ੍ਹਾਂ ਝੂਠੀਆਂ ਸਹੁੰਆਂ ਖਾਧੀਆਂ, ਗੁਟਕਾ ਸਾਹਿਬ ਦੇ ਹੱਥ ਲੈ ਕੇ ਸਹੁੰ ਖਾਧੀ, ਕੈਪਟਨ ਨੇ
4.5 ਸਾਲ ਰਾਜ ਕਰਕੇ ਤੇ ਫਿਰ ਨੱਠ ਗਿਆ ਭਾਜਪਾ ਦੇ ਵਿੱਚ, ਜਿਨ੍ਹਾਂ ਨੂੰ ਕਹਿੰਦਾ ਚੋਰ ਵਾ। ਅਸੀਂ ਨਾ ਦੱਸ ਦੇਣਾ ਚਾਹੁੰਦੇ ਆ ਸਿਆਸੀ ਲੋਕਾਂ ਸਾਰੀਆਂ ਪਾਰਟੀਆਂ ਨੂੰ, ਜੋ ਵਾਅਦੇ ਕਰਨੇ ਆ ਸੋਚ ਸਮਝ ਕੇ ਕਰਿਓ ਅੱਗੇ ਤੋਂ ਬਾਅਦ। ਜਿਹੜਾ ਵਾਅਦਾ ਤੁਹਾਨੂੰ ਸਿਆਸੀਆਂ ਨੇ ਕੀਤਾ ਤੁਹਾਡੇ ਗੱਲ ਦੇ ਵਿੱਚ ਅਸੀਂ ਪਰਨੇ ਪਾਵਾਂਗੇ, ਕਿਉਂਕਿ ਤੁਹਾਡੇ ਕਰਕੇ ਜਿਹੜੇ ਅਸੀਂ ਖੁਦ ਖੁਸ਼ੀਆਂ ਹੁੰਦੀਆਂ ਵਾ। ਨਸ਼ਾ ਸਾਡੇ ਬੱਚੇ ਲੈਣ ਡਿਆ, ਕਿੰਨਾ ਕੁ ਸਾਡਾ ਕਰਜ਼ਾ ਇਹਨਾਂ ਨੇ ਮਾਫ ਕੀਤਾ ਵਾ, ਕਿਸੇ ਦਾ ਕਰਜ਼ਾ ਨਹੀਂ ਮਾਫ ਕੀਤਾ, ਬਿੱਲ ਉਹਨਾਂ ਨੇ ਤਾੜਿਆ ਪਿਆ ਵਾ। ਕਿਹੜਾ ਸਾਡੇ ਸਿਆਸੀ ਲੋਕ ਚੰਗੇ ਹੋਣਾ, ਅਸੀਂ ਕਿਤੇ ਫਾ ਨਾ ਲਈਏ, ਅਸੀਂ ਸਲਫਾਸਾ ਨਾ ਖਾਈਏ। ਆ ਮੰਡੀ 'ਚ ਝੋਨਾ ਜਿਹੜਾ ਵਾ ਕਿਸ ਤਰ੍ਹਾਂ ਬਰਬਾਦ ਹੋਇਆ ਹੈਗਾ, ਕੀ ਉੱਤੇ ਹੋਇਆ ਹੈਗਾ, ਕਿਸੇ ਨੇ ਨਹੀਂ ਪੁੱਛਿਆ। ਉਦੋਂ ਸਿਆਸੀ ਲੋਕ ਕਿੱਥੇ ਹੋ ਵੋਟਾਂ ਲੈਣ ਵਾਸਤੇ ਇਹਨਾਂ ਨੇ ਸਾਰੇ ਸਾਡੇ ਕੋਲ ਆਉਣਾ, ਬੜੇ ਵਾਅਦੇ ਕਰਨੇ ਆ। ਮਾਰੋ ਤਾੜੀ, ਸਾਨੂੰ ਕੋਈ ਤਾੜੀ ਦੀ ਲੋੜ ਨਹੀਂ, ਸਾਨੂੰ ਕੋਈ 1,000 ਦੀ ਲੋੜ ਨਹੀਂ। ਅਸੀਂ ਇਹ ਜਨਾਨੀਆਂ ਆਪਣੀਆਂ ਘਰ ਚ ਵਸਾ ਸਕਦੇ ਆ, ਘਰ ਚਲਾ ਸਕਦੇ ਆ, ਧੀਆਂ ਭੈਣਾਂ ਸਾਡੀਆਂ ਪੜ੍ਹਾ ਸਕਦੇ ਆ। ਇਹਨਾਂ ਦੇ 1000 ਦੀ ਲੋੜ ਨਹੀਂ, ਸਾਨੂੰ 2000 ਦੀ ਲੋੜ ਨਹੀਂ, ਇਹਨਾਂ ਦੀ ਸਕੂਟਰੀਆਂ ਦੀ ਲੋੜ ਨਹੀਂ। ਸਾਨੂੰ ਪੜ੍ਹਾਈ ਚਾਹੀਦੀ ਆ, ਸਾਨੂੰ ਮੈਡੀਕਲ ਚਾਹੀਦਾ, ਸਾਨੂੰ ਨੌਕਰੀਆਂ ਚਾਹੀਦੀਆਂ। ਮਿੱਤਰਾ ਮੇਰਾ, ਜਿਹੜਾ ਦੇਖੋ ਕੋਈ ਵੀ ਸਰਕਾਰ ਆਉਂਦੀ ਆ ਉਹ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹੁੰਦੇ ਆ ਪੂਰੇ ਕਰਨ ਦੀ ਕੋਸ਼ਿਸ਼ ਕਰਦੀ ਆ। ਪ੍ਰਧਾਨ ਸਾਹਿਬ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕਿਸੇ ਨੂੰ ਨੌਕਰੀ ਨਹੀਂ ਮਿਲੀ। ਸਾਨੂੰ ਤੇ ਪਤਾ ਬਹੁਤ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਸੀ ਜਦੋਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਮੰਤਰੀ ਸੀ। ਪਿੰਡਾਂ ਦੇ ਵਿੱਚ ਪਤਾ ਕਰੋ ਜਾ ਕੇ ਕਿੰਨੀਆਂ ਨੌਕਰੀਆਂ ਦਿੱਤੀਆਂ ਸੀ, ਔਰ 1 ਰੁਪਏ ਦਾ ਕਿਸੇ ਦਾ ਖਰਚਾ ਨਹੀਂ ਹੁੰਦੇ। ਤਾਂ ਬਹੁਤ ਨੌਕਰੀਆਂ ਹੁਸ਼ਿਆਰਪੁਰ ਤੱਕ ਜਿਹੜੇ ਆ ਲੋਕ ਭਰਤੀ ਹੁੰਦੇ ਰਹੇ ਆ, ਤਰਨਤਾਰਨ ਭਰਤੀ ਹੋਏ ਆ। ਅੱਜ ਵੀ ਜ਼ਿਲ੍ਹੇ ਦੇ ਵਿੱਚ ਜਿਹੜੇ ਵੱਡੇ ਵੱਡੇ ਅਫਸਰ ਨੇ, ਭਾਵੇਂ ਕੋਆਪਰੇਟਿਵ ਬੈਂਕ ਦੀ ਗੱਲ ਕਰ ਲਈਏ, ਮਿਲਕ ਪਲਾਂਟਾਂ ਦੀ ਗੱਲ ਕਰ ਲਈਏ, PADB ਬੈਂਕ ਦੀ ਗੱਲ ਕਰ ਲਈਏ, ਜਿਹੜੇ ਵੀ ਜ਼ਿਲ੍ਹਾ ਮੈਨੇਜਰ ਨੇ ਅੱਜ ਉਹ ਸਾਰੇ ਜਿਹੜੇ ਨੇ ਉਹ ਉਸ ਟਾਈਮ ਦੇ ਭਰਤੀ ਹੈ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦੀ ਜਿਹੜੇ ਸਮੇਂ ਦੀ ਭਰਤੀ ਹੋਈ ਆ। ਬਾਕੀ ਵੇਖੋ ਕੋਈ ਵੀ ਸਰਕਾਰ ਆਉਂਦੀ ਆ, ਜਿਨ੍ਹਾਂ ਲੋਕਾਂ ਦੀਆਂ ਸੋਚ ਹੁੰਦੀ ਆ ਵੀ ਸਾਨੂੰ ਇੰਨੇ ਸੁੱਖ ਸਹੂਲਤਾਂ ਮਿਲਣ, ਉਹਨੇ ਕਈ ਵਾਰ ਸਰਕਾਰ ਜਿਹੜੀ ਆ ਦੇ ਨਹੀਂ ਸਕਦੀ। ਉਹਨਾਂ ਵਾਅਦਾ ਕਰਨਾ ਚਾਹੀਦਾ ਜਿੰਨਾ ਪੂਰਾ ਕਰ ਸਕਦੇ ਹੋਈਏ। ਤੇ ਮੈਂ ਤਾਂ ਸਮਝਦਾ ਵਾਂ ਕਿ ਆ ਲੋਕਤੰਤਰ ਆ, ਲੋਕਾਂ ਨੇ ਵੋਟਾਂ ਪਾਉਣੀਆਂ। ਸ਼ਾਇਦ ਇਹਨਾਂ ਦੀ ਜਥੇਬੰਦੀ ਵੀ ਹੁਣ ਇਲੈਕਸ਼ਨ ਲੜਨਾ ਚਾਹੁੰਦੀ ਆ, ਲੜਨ, ਤਕੜੇ ਹੋ ਕੇ ਸਰਕਾਰ ਬਣਾਉਣ ਤੇ ਲੋਕਾਂ ਨੂੰ ਆ ਨਸ਼ਾ ਵੀ ਬੰਦ ਕਰਨ ਜਿਹੜਾ ਸਾਡੇ ਅਕਾਲੀ ਦਲ ਦੇ ਤੇ ਕਾਂਗਰਸ ਤੇ ਲੱਗਦਾ ਵਾ ਇਲਜ਼ਾਮ। ਤੇ ਜਿਹੜੇ ਵਿਕਾਸ ਦੀ ਗੱਲ ਆ, ਮੈਂ ਤੇ ਆਪ ਕਹਿੰਦਾ ਕਿ ਸਾਰੇ ਲੋਕਤੰਤਰ ਦੇ ਵਿੱਚ ਆਉਣਾ ਚਾਹੀਦਾ, ਬਣ ਕੇ ਲੋਕਾਂ ਨੂੰ ਕਰਕੇ ਪੂਰਾ ਵਿਖਾਉਣ ਜੋ ਕੁਝ ਚਾਹੁੰਦੇ ਨੇ। ਮੈਂ ਸਮਝਦਾ ਵਾਂ ਕਿ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ, ਅਸੀਂ ਸਾਰਾ ਪਰਿਵਾਰ ਨਸ਼ੇ ਦੇ ਖਿਲਾਫ ਸੀ। ਸਾਡੇ ਕੋਲ ਕਦੀ ਕੋਈ ਬੰਦਾ ਸਿਫਾਰਿਸ਼ ਕਰਾਉਣ ਨਹੀਂ ਆਇਆ ਥਾਣੇ ਦੇ ਵਿੱਚ ਕੋਈ ਸਾਡਾ ਬੰਦਾ ਫੜਿਆ ਗਿਆ ਛਡਾ ਦਿਓ, ਠੀਕ ਆ। ਥੱਲੇ ਨਸ਼ਾ ਜਿਹੜਾ ਵਾ ਉਹ ਬਾਰਡਰ ਸਟੇਟ ਆ, ਨਸ਼ਾ ਆਉਂਦਾ ਸੀ, ਨਸ਼ਾ ਵਿਕਦਾ ਸੀ, ਲੋਕਾਂ ਦੇ ਬੱਚੇ ਮਰੇ ਆ, ਉਹਨਾਂ ਦੇ ਵਿੱਚ ਸਾਡੇ ਰਿਸ਼ਤੇਦਾਰ ਵੀ ਬਹੁਤ ਮਰੇ ਆ। ਬਹੁਤ ਲੋਕਾਂ ਨੂੰ ਸੇਕ ਇਹ ਗੱਲ ਦਾ ਪਹੁੰਚਾ ਨਸ਼ਾ ਨਹੀਂ ਵਿਕਣਾ ਚਾਹੀਦਾ। ਉਹਦੇ ਵਾਸਤੇ ਸਾਰੇ ਹੀ ਸਰਕਾਰ ਦੇ, ਸਾਰੇ ਹੀ ਹਲਕੇ ਦੇ, ਸਾਰੇ ਹੀ ਜਿਹੜੇ ਆਪੋਜੀਸ਼ਨ ਦੇ ਲੀਡਰ ਆ, ਉਹਨਾਂ ਨੂੰ ਤਹਈਆ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚੋਂ, ਔਰ ਖਾਸ ਕਰਕੇ ਆਪਾਂ ਆਪਣੀ ਗੱਲ ਕਰੀਏ ਆਪਣੇ ਹਲਕੇ ਚੋਂ, ਨਸ਼ਾ ਜੇ ਕੋਈ ਵੇਚਦਾ ਉਹਦੀ ਮਦਦ ਨਹੀਂ ਕਰਨੀ ਚਾਹੀਦੀ, ਉਹਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ, ਉਹਨਾਂ ਬੰਦਿਆਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਸਿੱਧੂ ਸਾਹਿਬ ਨੇ ਐਲਾਨ ਕੀਤੇ ਨੇ 2-2000 ਰੁਪਇਆ ਔਰਤਾਂ ਨੂੰ 8-8 ਸਿਲੰਡਰ, ਸਕੂਟੀਆਂ ਜਿਹੜੀਆਂ ਵਿਦਿਆਰਥਣਾਂ ਯੂਨੀਵਰਸਿਟੀ ਤੇ ਕਾਲਜਾਂ 'ਚ ਜਾਣਗੀਆਂ, ਕਿ ਇਹ ਜੇ ਦੋਹਰੇ ਸਰਕਾਰ ਇਹਨਾਂ ਦੀ ਬਣਦੀ ਆ, ਇਹ ਲੋਕਾਂ ਨੂੰ ਜਿਹੜੇ ਸਹੂਲਤਾਂ ਦੇ ਸਕਣਗੇ ਜਾਂ ਇਹ ਸਿਰਫ ਚੋਣਾਂ ਜਿੱਤਣ ਵਾਸਤੇ ਇੱਕ ਜੁਮਲਾ ਛੱਡਿਆ ਜਾ ਰਿਹਾ? ਦੇਖੋ ਮੈਂ ਤੇ ਸਮਝਦਾ ਕਿ ਸਭ ਤੋਂ ਪਹਿਲਾਂ ਜੇ ਬਾਪੂ ਦੀ ਜੇਬ 'ਚ ਪੈਸੇ ਆ ਤੇ ਬਾਪੂ ਨਿਆਣਿਆਂ ਨੂੰ ਦੇ ਦੂਗਾ। ਜੇ ਖਜ਼ਾਨੇ ਦੇ ਵਿੱਚ ਪੈਸੇ ਹੋਣਗੇ ਤੇ ਥੱਲੇ ਵਰਤੇ ਵੀ ਜਾਣਗੇ। ਸਾਨੂੰ ਸਭ ਤੋਂ ਪਹਿਲਾਂ ਇਹ ਸੋਚ ਬਣਾਉਣੀ ਚਾਹੀਦੀ ਹੈ ਕਿ ਰੈਵਨਿਊ ਆਉਣਾ ਕਿੱਥੋਂ ਆ, ਰੈਵਨਿਊ ਇਕੱਠਾ ਕਿੱਥੋਂ ਹੋਣਾ, ਉਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਤੇ ਜੇ ਖਜ਼ਾਨਾ ਭਰਿਆ ਹੋਵੇ ਤੇ ਫਿਰ ਦੇਣ ਦੇ ਵਿੱਚ ਵੀ ਕੋਈ ਹਰਜ ਨਹੀਂ। ਅਨਾਊਂਸਮੈਂਟ ਓਨੀ ਕਰਨੀ ਚਾਹੀਦੀ ਆ ਜਿੰਨੀ ਪੂਰੀ ਹੋ ਸਕਦੀ ਹੋਵੇ। ਅੱਗੇ ਵੀ ਤਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਫੜ ਕੇ ਅਨਾਊਂਸਮੈਂਟ ਕੀਤੀ ਸੀ। ਉਹਨਾਂ ਨੇ ਕਿਹਾ ਵੀ ਭਾਵੇਂ ਆਰਤੀ ਦਾ ਕਰਜ਼ਾ ਹੋਵੇ, ਭਾਵੇਂ ਕੋਆਪਰੇਟਿਵ ਬੈਂਕ ਦਾ ਕਰਜ਼ਾ ਹੋਵੇ, ਭਾਵੇਂ ਸੁਸਾਇਟੀਆਂ ਦਾ ਕਰਜ਼ਾ ਹੋਵੇ, ਸਾਰਿਆਂ ਦੇ ਉੱਤੇ ਲੀਕ ਮਾਰ ਦਾਂਗੇ, ਇਹ ਸਾਰੇ ਕਰਜ਼ੇ ਅਸੀਂ ਦੇਵਾਂਗੇ, ਇਹ ਵੀ ਕਿਹਾ ਉਹਨਾਂ ਨੇ। ਔਰ ਉਹਨਾਂ ਇਹ ਵੀ ਕਿਹਾ ਵੀ ਜਿਹੜਾ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਹੋ ਜਾਊਗਾ। ਬੜੀਆਂ ਵੱਡੇ ਲਾਰੇ ਲਾਏ ਸੀ, ਉਹਨਾਂ 'ਚੋਂ ਇੱਕ ਵੀ ਲਾਰਾ ਪੂਰਾ ਹੋਇਆ, ਠੀਕ ਆ। ਉਹ ਲਾਰੇ ਲਾ ਕੇ ਉਹਨਾਂ ਨੇ ਸਰਕਾਰ ਬਣਾ ਲਈ। ਉਹਦਾ ਕਾਰਨ ਕੀ ਸੀ? ਪਿਛਲੇ ਸਮੇਂ ਦੇ ਵਿੱਚ ਜਦੋਂ ਬਾਦਲ ਸਾਹਿਬ ਦਾ ਰਾਜ ਭਾਗ ਸੀ, ਉਦੋਂ 24 ਘੰਟੇ ਸਪਲਾਈ ਲੋਕਾਂ ਨੂੰ ਮਿਲ ਚੁੱਕੀ ਸੀ, ਸੜਕਾਂ ਬਣ ਚੁੱਕੀਆਂ ਸੀ, ਰਸਤੇ ਪੱਕੇ ਬਣ ਚੁੱਕੇ ਸੀ, ਸਾਰਾ ਕੁਝ ਕੰਮ ਹੋ ਗਿਆ। ਤੇ ਲੋਕਾਂ ਸੋਚਿਆ ਵੀ ਚਲੋ ਐਤਕੀ ਬਾਦਲ ਸਾਹਿਬ ਤੋਂ ਬਿਨਾਂ ਕੈਪਟਨ ਸਾਹਿਬ ਨੂੰ ਵੋਟਾਂ ਪਾ ਦਈਏ ਤੇ ਕਰਜ਼ਾ ਜਿਹੜਾ ਵਾ ਉਹ ਵੀ ਸਾਡਾ ਮਾਫ ਹੋ ਜੂ, ਕਿਉਂਕਿ ਕਰਜ਼ੇ ਨੇ ਸਾਡੇ ਕਿਸਾਨਾਂ ਦਾ, ਗਰੀਬਾਂ ਦਾ ਲੱਕ ਤੋੜਿਆ ਪਿਆ ਵਾ। ਲੈਂਦਾ ਲੱਖ ਰੁਪਈਆ ਵਾ, ਬਣ 10 ਲੱਖ ਜਾਂਦਾ, ਦਿੱਤਾ ਜਾਂਦਾ ਨਹੀਂ ਤਾਂ ਮੁੜ ਕੇ ਕੁਰਕੀਆਂ ਵਾਲੇ ਆਉਂਦੇ ਆ। ਕਿੱਥੋਂ ਪੈਸੇ ਦੇਣੇ ਆ ਲੋਕਾਂ ਨੇ? ਕਿਸਾਨ ਤੇ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰ ਲਏ, ਲੋਕ ਆਪਣੇ ਬੱਚਿਆਂ ਦਾ ਜੇ ਮੈਂ ਸਮਝਦਾ ਉਹਨਾਂ ਨੂੰ ਪੜ੍ਹਾ ਹੀ ਲਵੇ ਤੇ ਇਹ ਵੀ ਬੜੀ ਵੱਡੀ ਗੱਲ। ਰੋਟੀ ਵੀ ਨਹੀਂ ਕਈ ਬੱਚਿਆਂ ਨੂੰ ਪੂਰੀ ਮਿਲਦੀ, ਇਹ ਹਾਲਤ ਬਣੀ ਪਈ ਆ।
ਸਾਡੇ ਲੋਕਾਂ ਦੀ ਚਿੱਟੇ ਕੱਪੜਿਆਂ ਨਾਲ ਨਾ ਜਾਓ। ਚਿੱਟੇ ਲੋਕਾਂ ਦੇ ਕੱਪੜੇ ਵੇਖੋ, ਟਰੈਕਟਰ ਕਰਜ਼ੇ ਤੇ, ਮੁੜ ਕੇ 10 ਕਿੱਲੇ ਦੇ ਸਾਡੇ ਕੋਲ ਜ਼ਮੀਨ ਆ, 5 ਜ਼ਮੀਨ ਰਹਿ ਜਾਂਦੀ ਆ। ਜੇ 2 ਪੁੱਤ ਹੋ ਗਏ, ਮੁੜ ਕੇ ਜੇ 2 ਹੋ ਗਏ ਫਿਰ 2.5 ਰਹਿ ਜਾਂਦੀ ਆ। ਤੇ ਜਦੋਂ ਮੁੜ ਕੇ ਅਸੀਂ ਮਰਲਿਆਂ ਤੇ ਆ ਗਏ ਆ, ਅਸੀਂ ਤੇ ਕਈ ਕਿਸਾਨ ਦਿਹਾੜੀਆਂ ਕਰਨ ਦੇ, ਦਿਹਾੜੀਆਂ ਜੱਟ ਜ਼ਿਮੀਂਦਾਰ ਕਿਸਾਨ ਕੀ ਕਰਨੋ। ਇਸ ਕਰਕੇ ਮੈਂ ਸਮਝਦਾ ਵਾਂ ਕਿ ਜਿਹੜੀ ਕਿਸਾਨੀ ਵਾਸਤੇ ਜੇ ਕੋਈ ਤੁਸੀਂ ਵਾਅਦਾ ਕਰਦੇ ਆ ਉਹ ਪੂਰਾ ਕਰਨਾ ਚਾਹੀਦਾ। ਮੈਂ ਸਮਝਦਾ ਜਿੰਨਾ ਚਿਰ ਤੱਕ ਕਿਸਾਨ ਦੇ ਉੱਤੇ ਜਿੰਨਾ ਕਰਜ਼ਾ ਮਾਫ ਨਹੀਂ ਹੁੰਦਾ ਉਹਨਾਂ ਚਿਰ ਤੱਕ ਕਿਸਾਨ ਜਿਹੜਾ ਪੈਰਾਂ ਤੇ ਨਹੀਂ ਹੋ ਸਕਦਾ। ਕਿਸਾਨੀ ਬਚਾ ਲਓ, ਲੋਕ ਬਚਾ ਲਓ, ਤਾਂ ਮੈਂ ਸਮਝਦਾ ਵਾਂ ਕਿ ਸਾਡਾ ਦੇਸ਼ ਬਚ ਸਕਦਾ। ਅੱਜ ਇਹ ਹਾਲਾਤ ਬਣੀ ਪਈ ਕਿਸਾਨਾਂ ਦੀ। ਅਕਾਲੀ ਦਲ ਵੱਲੋਂ ਜਿਹੜੇ ਚੋਣ ਵਾਅਦੇ ਕੀਤੇ ਗਏ ਨੇ, ਕੀ ਜੇ ਸਰਕਾਰ ਬਣਦੀ ਹੈ ਤੇ ਪੂਰੇ ਕਰਨਗੇ ਸਾਰੇ? ਕੋਈ ਵੀ ਪਾਰਟੀ ਜੇ ਕੋਈ ਵਾਅਦਾ ਕਰਦੀ ਆ ਉਹਨੂੰ ਖਲੋਣਾ ਚਾਹੀਦਾ। ਇੱਕ ਮੈਂ ਇਹ ਵੀ ਬੇਨਤੀ ਕਰੂੰ, ਸਾਰੀਆਂ ਪਾਰਟੀਆਂ ਦੇ ਜਿਹੜੇ ਚੋਣ ਮੈਨੀਫੈਸਟੋ ਆ ਉਹ ਜਾਰੀ ਹੋਣੇ ਚਾਹੀਦੇ ਆ। ਜਿਹੜੀ ਪਾਰਟੀ ਉਸ ਚੋਣ ਮੈਨੀਫੈਸਟੋ ਨੂੰ ਪੂਰਾ ਨਹੀਂ ਕਰਦੀ, ਅਗਲੀ ਵਾਰ ਉਹਨੂੰ ਇਲੈਕਸ਼ਨ ਲੜਨ ਤੋਂ ਰੋਕਣਾ ਚਾਹੀਦਾ ਵਾ। ਇਹ ਵੀ ਇੱਕ ਮੈਂ ਸਮਝਦਾ ਵਾਂ ਪ੍ਰਧਾਨ ਹੋਣਾ ਚਾਹੀਦਾ ਇਸ ਆਪਣੀ ਜਿਹੜੀ ਆ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ, ਜਾਂ ਕੋਈ ਬਣਨਾ ਚਾਹੀਦਾ ਕਾਨੂੰਨ। ਜਾਂ ਤੇ ਵਾਅਦਾ ਕਰੋ ਨਾ, ਜੇ ਚੋਣ ਮੈਨੀਫੈਸਟੋ ਵਿੱਚ ਕਹਿਤਾ ਜੇ ਫਿਰ ਉਹਨੂੰ ਪੂਰਾ ਕਰੋ। ਜੇ ਪੂਰਾ ਨਹੀਂ ਕਰਦੇ ਤੇ ਫਿਰ ਅਗਲੀ ਇਲੈਕਸ਼ਨ ਲੜਨ ਦਾ ਮਤਲਬ ਕੋਈ ਨਹੀਂ, ਉਹਨੂੰ ਰੋਕੋ ਉਹਨਾਂ ਨੂੰ। ਸੋ ਇੱਥੇ ਜਿਹੜੇ ਕਾਂਗਰਸ ਦੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬੁੱਟੂ ਵੱਲੋਂ ਆਮ ਆਦਮੀ ਪਾਰਟੀ ਤੇ ਇਹ ਸਵਾਲ ਖੜਾ ਕੀਤਾ ਗਿਆ ਕਿ ਉਹ ਪੰਜਾਬ 'ਚ ਆਣ ਕੇ ਤੇ ਪੰਜਾਬ ਦੀਆਂ ਔਰਤਾਂ ਨੂੰ 1-1 ਹਜ਼ਾਰ ਰੁਪਇਆ ਦੇਣ ਦੀ ਗੱਲ ਕਰਦੇ ਆ। ਸੋ ਦਿੱਲੀ ਵਿੱਚ ਇਹ ਜਿਹੜੀ ਸਕੀਮ ਕਿਉਂ ਨਹੀਂ ਲਾਗੂ ਕੀਤੀ ਗਈ? ਸੋ ਇਹਦੇ ਬਾਰੇ ਆਪਾਂ ਡਾਕਟਰ ਇੰਦਰਜੀਤ ਸਿੰਘ ਹੈਰੀ ਉਹਨਾਂ ਤੋਂ ਜਵਾਬ ਲਵਾਂਗੇ। ਸਭ ਤੋਂ ਪਹਿਲਾਂ ਅਜੀਤ ਵੈਬ ਰਾਹੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਹੜਾ ਇੱਦਾਂ ਕਿਹਾ ਵੀ ਕੇਜਰੀਵਾਲ ਵੱਲੋਂ ਵਾਅਦੇ ਕੀਤੇ ਜਾਂਦੇ ਆ ਜਾਂ ਗਰੰਟੀਆਂ ਦਿੱਤੀਆਂ ਜਾਂਦੀਆਂ ਵਾ, ਪੂਰੀਆਂ ਨਹੀਂ ਕੀਤੀਆਂ ਜਾਣੀਆਂ। ਪਰ ਕੇਜਰੀਵਾਲ ਨੇ ਜਿਹੜੀਆਂ ਵੀ ਦਿੱਲੀ ਵਿੱਚ ਗਰੰਟੀਆਂ ਦਿੱਤੀਆਂ ਵਾ, ਵਾਅਦੇ ਕੀਤੇ ਸੀ, ਉਹ ਪੂਰੇ ਵੀ ਕੀਤੇ ਆ। ਉਹਨੇ ਉੱਥੇ 1000 ਰੁਪਇਆ ਕਿਹਾ ਨਾ ਹੋਊਗਾ ਤੇ ਨਹੀਂ ਦਿੱਤਾ ਹੋਊਗਾ, ਜੇ ਕਿਹਾ ਹੋਊਗਾ ਤੇ ਦਿੱਤਾ ਹੋਊਗਾ। ਇੱਕ ਇਹ ਨਹੀਂ ਕਿ ਜਿਹੜੀ ਗੱਲ ਉੱਥੇ ਕਹੀ ਉਹੀ ਇੱਥੇ ਕਹੀ ਆ। ਦੂਸਰੀ ਗੱਲ ਆ ਵੀ 1000 ਰੁਪਇਆ ਕੇਜਰੀਵਾਲ ਨੇ ਕਿੱਥੋਂ ਦੇਣਾ, ਇਹ ਵੱਡਾ ਸਵਾਲ ਆ ਜਾਂਦਾ ਵਾ। ਕੇਜਰੀਵਾਲ ਨੇ 1000 ਰੁਪਇਆ ਇੱਥੋਂ ਦੇਣਾ ਵਾ ਕਿ ਜਿਵੇਂ ਸ਼ਰਾਬ ਆ ਇਹ ਸਰਕਾਰੀ ਹੋ ਜਾਏਗੀ, ਜਿਹੜੀ ਕਿ ਪ੍ਰਾਈਵੇਟ ਹੱਥਾਂ 'ਚ ਨੱਚਦੀ ਫਿਰਦੀ ਆ। ਅਜੇ ਰੇਤਾ ਵਾ, ਰੇਤਾ ਤੁਹਾਡੇ ਸਾਹਮਣੇ ਅੱਜ ਵੀ ਕੀ ਭਾਅ ਆ, ਪਹਿਲਾਂ ਵੀ ਕੀ ਭਾਅ ਸੀ, ਚਾਹੇ ਅਕਾਲੀ ਚਾਹੇ ਕਾਂਗਰਸ, ਦੋਵਾਂ ਪਾਰਟੀਆਂ ਨੇ ਕੀ ਨਹੀਂ ਕੀਤਾ। ਕਿੰਨੀ ਰੇਤਾ ਦੇ ਮਾਮਲੇ 'ਚ ਲੁੱਟ ਮਚਾਈ, ਸ਼ਰਾਬ ਦੇ ਮਾਮਲੇ 'ਚ ਲੁੱਟ ਮਚਾਈ, ਹੋਰ ਵੀ ਕਈਆਂ ਚੀਜ਼ਾਂ 'ਚ ਲੁੱਟ ਮਚਾ ਕੇ ਰੱਖੀ। ਪਰ ਕੇਜਰੀਵਾਲ ਸਾਹਿਬ ਜਿਹੜੀ ਰੇਤਾ ਵਾ, ਰੇਤਾ ਦਾ ਵੀ ਕਹਿ ਕੇ ਗਏ ਆ ਤੁਹਾਡੇ ਸਾਹਮਣੇ, ਤੇ ਪੂਰਾ ਵੀ ਕਰਾਂਗੇ। ਰੇਤਾ ਵੀ ਸਰਕਾਰੀ ਭਾਅ ਤੇ ਵੇਚੀ ਜਾਏਗੀ, ਤੇ ਉਹ ਜਿਹੜਾ ਵੀ ਉਹ ਤੋਂ ਜੋ ਵੀ ਸਰਕਾਰ ਨੂੰ ਮਾਲੀਆ ਆਏਗਾ ਜਾਂ ਸ਼ਰਾਬ ਦਾ ਜੋ ਵੀ ਆਏਗਾ, ਉਹ ਹੀ ਲੋਕਾਂ ਨੂੰ ਮਤਲਬ 1000 ਰੁਪਏ ਦੇ ਰੂਪ ਵਿੱਚ ਜਾਂ ਹੋਰ ਵੀ ਜੋ ਗਰੰਟੀਆਂ ਦਿੱਤੀਆਂ ਵਾ ਉਹ ਰੂਪ ਵਿੱਚ ਦਿੱਤਾ ਜਾਏਗਾ। ਸੋ ਇੱਥੇ ਪਿਛਲੇ 5 ਸਾਲ ਜਿਹੜੀ ਉਹ ਕਾਂਗਰਸ ਦੀ ਸਰਕਾਰ ਰਹੀ ਆ। ਸੋ ਖਡੂਰ ਸਾਹਿਬ ਹਲਕੇ ਦਾ ਪਿਛਲੇ 5 ਸਾਲਾਂ 'ਚ ਤੁਸੀਂ ਕੀ ਸਮਝਦੇ ਜੇ ਕਿੰਨਾ ਕੁ ਵਿਕਾਸ ਹੋਇਆ ਇੱਥੇ? ਇਹ ਤੁਸੀਂ ਇਹ ਦੱਸੋ। ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਵਿਕਾਸ ਨਹੀਂ, ਇੱਥੇ ਤਾਂ ਬੇੜਾ ਗਰਕ ਹੋਇਆ ਵਾ। ਇਹ ਪੁੱਛੋ ਕਿੰਨਾ ਕੁ ਰਹਿ ਗਿਆ, ਬਾਕੀ ਵਿਕਾਸ ਤਾਂ ਹੋਇਆ ਹੀ ਨਹੀਂ। ਹੱਦ ਤੋਂ ਵੱਧ ਬੇੜਾ ਗਰਕ ਹੋਇਆ। ਪਹਿਲਾਂ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਲਾ ਦਿੱਤਾ, ਠੀਕ ਹੈ ਜੀ। ਜਦੋਂ ਪਹਿਲਾਂ ਹੀ ਪਤਾ ਸੀ ਇਹਨਾਂ ਨੂੰ ਕਿ ਸਾਡਾ ਇਹ ਕਾਬਲ ਹੀ ਹੈ ਨਹੀਂ ਬੰਦਾ, ਤੇ ਉਹਨੂੰ ਮੁੱਖ ਮੰਤਰੀ ਲਾਇਆ ਹੀ ਕਿਉਂ? ਉਹਨੂੰ ਮੁੱਖ ਮੰਤਰੀ ਲਾ ਕੇ ਜੀ ਕੈਪਟਨ ਦੇ ਨਾਂ ਤੇ ਇਲੈਕਸ਼ਨ ਲੜੀ, ਗੁਟਕਾ ਸਾਹਿਬ ਦੀਆਂ ਸਹੁੰ ਖਾਧੀਆਂ ਗਈਆਂ, ਤੇ ਨਸ਼ੇ ਨਹੀਂ ਚੱਲਣਗੇ। ਉੱਦਾਂ ਹੀ ਨਸ਼ੇ ਚੱਲੇ, ਉੱਦਾਂ ਹੀ ਰੇਤ ਵਿਕੀ, ਉੱਦਾਂ ਹੀ ਸ਼ਰਾਬ ਵਿੱਚ ਘਬਲੇ ਹੋਈ। ਤਾਂ ਤੁਹਾਨੂੰ ਇਹ ਵੀ ਪਤਾ ਵਾ ਖਡੂਰ ਸਾਹਿਬ ਦੇ ਵਿੱਚ, ਹਲਕਾ ਖਡੂਰ ਸਾਹਿਬ ਦੇ ਵਿੱਚ ਹੀ ਲਾ ਲਓ ਕਿ ਕਿੰਨੀਆਂ ਮੌਤਾਂ ਹੋਈਆਂ ਹੁੰਦੀਆਂ ਸ਼ਰਾਬ ਨਾਲ, ਠੀਕ ਹੈ ਜੀ। ਇਹੋ ਇਹਨਾਂ ਦਾ ਵਿਕਾਸ ਮੂੰਹ ਬੋਲਦਾ ਏ ਵੀ ਇਹਨਾਂ ਨੇ ਕਿਹੜਾ ਵਿਕਾਸ ਕੀਤਾ ਤੇ ਕਿੱਦਾਂ ਕੀਤਾ ਏ। ਬਾਕੀ ਤੁਹਾਨੂੰ ਚੇਅਰਮੈਨ ਸਾਹਿਬ ਨੇ ਖੁਦ ਵੀ ਦੱਸਤਾ ਸੀ ਕਿ ਝੱਗਾ ਚੱਕੀਏ ਤੇ ਢਿੱਡ ਨੰਗਾ ਹੁੰਦਾ ਵਾ। ਉਹ ਵੀ ਕਾਂਗਰਸ ਦੇ ਨੁਮਾਇੰਦੇ ਨੇ, ਉਹਨਾਂ ਨੇ ਆਪਣੇ ਹਲਕਾ ਵਿਧਾਇਕ ਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਹੈ। ਇਸੇ ਤਰ੍ਹਾਂ ਹਰ ਹਲਕੇ 'ਚ ਪੂਰੇ ਪੰਜਾਬ ਵਿੱਚ ਇਹੀ ਹਾਲ ਆ। ਕੋਈ ਇਹਨਾਂ ਵਿਕਾਸ ਨਹੀਂ ਕੀਤਾ। ਜਿੱਥੇ ਵਿਕਾਸ ਕੀਤਾ ਵਾ, ਇਹ ਦੱਸੋ ਕਈ ਥਾਵਾਂ ਤੇ ਸੜਕਾਂ, ਜਿਹੜੇ ਰਾਹ ਕੱਚੇ ਰਹਿ ਗਏ ਆ। ਤੁਹਾਨੂੰ ਮਤਲਬ ਹਲਕੇ ਖਡੂਰ ਸਾਹਿਬ ਤੋਂ ਬਿਨਾਂ ਵੀ ਲਾਗਲੇ ਪਿੰਡਾਂ 'ਚ ਲੈ ਚੱਲਦਾ, ਤੁਹਾਨੂੰ ਅੱਜ ਵੀ ਕੱਚੇ ਰਸਤੇ ਵਿਖਾਉਣਾ ਵਾ, ਅੱਜ ਵੀ ਸੜਕਾਂ 'ਚ ਟੋਏ ਪਾਏ ਵਿਖਾਉਣਾ ਵਾ। ਕਿੱਥੇ ਇਹਨਾਂ ਦਾ ਕਿਹੜਾ ਨਾਕਾਮੀ ਗਿਣ ਕੇ ਦੱਸਾਂ ਤੁਹਾਨੂੰ। ਇਹਨਾਂ ਨੇ ਇੱਕ ਵੀ ਵਿਕਾਸ ਨਾਂ ਦੀ ਗੱਲ ਨਹੀਂ ਕੀਤੀ, ਸਗੋਂ ਪੂਰਾ ਤੇ ਪੂਰਾ ਰੱਜ ਕੇ ਦੇਸ਼ ਦਾ, ਪੂਰੇ ਪੰਜਾਬ ਦਾ ਬੇੜਾ ਗਰਕ ਕਰਕੇ ਸੁੱਟ ਕੇ ਤੇ ਮੁੱਖ ਮੰਤਰੀ ਕੈਪਟਨ ਬਦਲ ਦਿੱਤਾ ਤੇ ਨਵਾਂ ਜੀ ਚਰਨਜੀਤ ਸਿੰਘ ਚੰਨੀ ਲੈਣ ਤਾ। ਤੇ ਚੰਨੀ ਨੇ ਕੀ ਕੀਤਾ? ਚੰਨੀ ਬੜੇ ਵਧੀਆ ਕੰਮ ਕਰ ਰਿਹਾ ਵਾ, ਰੋਜ਼ ਕੰਮ ਕਰਦਾ ਉਹ, ਐਲਾਨ ਤੇ ਐਲਾਨ, ਠੀਕ ਆ ਜੀ। ਉਹਨੂੰ ਸੱਚਮੁੱਚ ਐਲਾਨਜੀਤ ਮੰਤਰੀ ਤਾਂ ਹੀ ਕਿਹਾ ਜਾਂਦਾ ਵਾ। ਫਿਰ ਉਹ ਹੈਲੀਕਾਪਟਰ 'ਚ ਝੂਟੇ ਲੈਣ ਦਾ ਬੜਾ ਸ਼ੌਕੀਨ ਆ, ਹੈਲੀਕਾਪਟਰ ਝੂਟੇ ਲੈ
ਇੱਧਰ ਗਿਆ ਆਪਣੀ ਪਛਾਣ ਵਾਲਾ ਜੀ, ਮੈਂ ਉਹ ਕਰਦਾ ਵਾਂ, ਐ ਕਰਦਾ ਵਾਂ, ਮੰਜਾ ਬੁਣਦਾ ਵਾਂ, ਮੱਝਾਂ ਚੋਂਦਾ ਵਾਂ, ਟੀਕੇ ਲਾਉਂਦਾ ਵਾਂ। ਉਹ ਜਦ ਸਾਰੇ ਕੰਮ ਕਰਦੇ ਆ। ਭਗਵੰਤ ਮਾਨ ਸਾਹਿਬ ਕਹਿੰਦੇ ਸੀ ਨਾ ਵੀ ਕਿਹੜਾ ਕੰਮ ਆ, ਵੀ ਜੇ ਟੀਕੇ ਲਾਉਣ ਨਾਲ ਮੁੱਖ ਮੰਤਰੀ ਬਣਦਾ, ਮੰਜਾ ਬੁਣਨਾ ਬਣਦਾ, ਤੇ ਮੇਰੇ ਕੋਲ ਜੋ ਮਰਜ਼ੀ ਕਰਵਾ ਲਓ। ਠੀਕ ਹੈ ਜੀ, ਮੈਂ ਟਰੈਕਟਰ ਵੀ ਚਲਾ ਲੈਣਾ, ਫਿਰ ਮੈਂ ਮੁੱਖ ਮੰਤਰੀ ਬਣੂੰਗਾ। ਮੈਂ ਟੀਕੇ ਵੀ ਲਾ ਲੈਣਾ, ਮੈਂ ਡਾਕਟਰ ਆ, ਮੈਂ ਮੁੱਖ ਮੰਤਰੀ ਬਣੂੰਗਾ। ਉਹ ਮੁੱਖ ਮੰਤਰੀ ਐਦਾਂ ਨਹੀਂ ਬਣਿਆ ਜਾਂਦਾ। ਮੁੱਖ ਮੰਤਰੀ ਬਣਨ ਵਾਸਤੇ ਕੰਮ ਕਰਨੇ ਪੈਂਦੇ ਆ। ਠੀਕ ਹੈ ਜੀ, ਉਹ ਠੀਕ ਹੈ ਜੀ, ਇੱਕ ਟਰੈਕਟਰ ਨੂੰ ਪਛਾਣ ਕੀਤਾ ਤੇ ਚੰਨੀ ਸਾਹਿਬ ਦਾ ਦਾ ਲੱਗ ਗਿਆ, ਤੇ ਦਾ ਲੱਗਣ 'ਚ ਆਪਣੇ ਜੋ ਗਣਾਉਂਦਾ ਰਿਹਾ ਕਿ ਮੈਂ ਕੀ ਕਰਦਾ ਰਿਹਾ ਜੀ। ਪਰ ਅਗਲੀ ਵਾਰ ਕਾਂਗਰਸ ਦੀ ਸਰਕਾਰ ਜਿਹੜੀ ਆ ਇਹ ਭੁੱਲ ਕੇ ਵੀ ਨਹੀਂ ਆਊਗੀ। ਲੋ ਜੀ, ਇਹ ਸਨ ਆਮ ਆਦਮੀ ਪਾਰਟੀ ਦੇ ਡਾਕਟਰ ਇੰਦਰਜੀਤ ਸਿੰਘ ਹੈਰੀ, ਜਿਨ੍ਹਾਂ ਨੇ ਕਾਂਗਰਸ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ। ਆਪਾਂ ਹੁਣ ਫਿਰ ਆਏ ਆ ਭੁਪਿੰਦਰ ਸਿੰਘ ਜੀ ਬਿੱਟੂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੇ ਕੋਲ। ਉਹਨਾਂ ਕੋਲੋਂ ਇਹਨਾਂ ਸਵਾਲਾਂ ਦੇ ਜਵਾਬ ਆਪਾਂ ਲੈਂਦੇ ਹਾਂ। ਦੇਖੋ, ਡਾਕਟਰ ਸਾਹਿਬ ਨੇ ਬੜੀਆਂ ਵਧੀਆ ਗੱਲਾਂ ਕੀਤੀਆਂ। ਤੈਸ਼ 'ਚ ਆ ਗਏ, ਥੋੜਾ ਕਾਹਲੀ 'ਚ ਬੋਲ ਗਏ। ਵੇਖੋ, ਜਿਹੜਾ ਮੁੱਖ ਮੰਤਰੀ ਹੈਲੀਕਾਪਟਰ ਤੋਂ ਉਹਨੇ ਹੀ ਚੜ੍ਹਨਾ, ਹੋਰ ਕਿਸੇ ਨੂੰ ਨਾ ਮੌਕਾ ਨਹੀਂ ਦੇਣਾ ਚੜ੍ਹਨ ਨੂੰ। ਜਿੰਨੇ ਕੰਮ ਕਰਨ ਜਿਹੜਾ ਉਹਨੂੰ ਹੈਲੀਕਾਪਟਰ ਨੇ ਵਰਤਣਾ ਹੀ ਹੈ। ਬਾਕੀ ਰਹੀ ਵਿਕਾਸ ਦੀ ਗੱਲ, ਜਿੱਥੇ ਵਿਕਾਸ ਹੋਇਆ ਆਪਣੇ ਗਵਾਂਢ ਹਲਕਾ ਪੱਟੀ, ਇਹਦੇ ਨਾਲ ਦਾ ਹਸਪਤਾਲ ਉੱਥੇ, ਸਬ ਡਿਵੀਜ਼ਨਲ ਇੱਥੇ, ਸਬ ਡਿਵੀਜ਼ਨਲ ਉੱਥੇ। ਅੱਖਾਂ ਦੇ ਡਾਕਟਰ ਸਾਰੇ ਜ਼ਿਲ੍ਹੇ 'ਚ 2 ਆ। ਇੱਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਉੱਥੇ ਲਾਇਆ। ਅਸੀਂ ਜਿੰਨੇ ਆਪਰੇਸ਼ਨ ਕਰਾਉਣੇ ਉੱਥੋਂ ਕਰਾਉਣੇ ਆ। ਚੂਲੇ ਜਿਹੜੇ ਆ ਲੋਕਾਂ ਦੇ ਗੋਡੇ ਚੂਲੇ ਉੱਥੇ ਫ੍ਰੀ ਬਦਲੇ ਜਾਂਦੇ ਆ। ਜੋ ਕੰਮ ਕਰਦਾ 100% ਉਸ ਬੰਦੇ ਨੇ ਸਾਰੇ ਪਿੰਡਾਂ ਦੇ ਵਿੱਚ 100% ਸੀਵਰੇਜ ਪਾਇਆ। ਜਿੰਨੇ ਕੰਮ ਕੀਤਾ, ਕੰਮ ਕਿਉਂ ਨਹੀਂ ਕਰਦੀ ਸਰਕਾਰ? ਤੇ ਉਹੀ ਆ ਨਾ, ਉਹ ਕਿਤੇ ਪਾਕਿਸਤਾਨੋਂ ਥੋੜ੍ਹਾ ਪੈਸੇ ਲਿਆਉਂਦਾ, ਜਾਂ ਉਹ ਕਿਤੇ ਬਾਹਰਲੇ ਮੁਲਕ 'ਚੋਂ ਲਿਆਣ ਕੇ ਲਾਉਂਦਾ, ਜਾਂ ਜੇਬ 'ਚੋਂ ਲਾਉਂਦਾ। ਉਹ ਜਿਹਨੂੰ ਹਿੰਮਤ ਆ, ਜਿਹਨੂੰ ਕੰਮ ਕਰਨ ਦੀ ਅਕਲ ਹੈ, ਸੂਝ ਹੈ, ਜਿਹਨੂੰ ਲੋਕਾਂ ਦਾ ਦਰਦ ਉਹ ਕਰਦਾ। ਜਿਹੜਾ ਨਹੀਂ ਕਰਦਾ ਉਹ ਲੋਕਾਂ ਦੇ ਸਾਹਮਣੇ ਹੈ। ਜਿਹੜਾ ਨਹੀਂ ਕਰਦਾ ਉਹ ਲੋਕਾਂ ਦਾ ਭਗੌੜਾ ਹੈ। ਉਹਨੂੰ ਲੋਕਾਂ 'ਚ ਆਉਣਾ ਚਾਹੀਦਾ, ਲੋਕਾਂ 'ਚ ਆਣ ਕੇ ਦੱਸਣੀ ਚਾਹੀਦੀ ਗੱਲ। ਜੇ ਕੰਮ ਦੀ ਗੱਲ ਕਰੀਏ, ਜਿਹੜੇ ਕੰਮ ਮੈਂ ਕਰਦਾ, ਮੈਂ ਪਿਛਲੇ ਦਿਨੀ ਪ੍ਰਿੰਸੀਪਲ ਸਾਹਿਬ ਖਲੋਤੇ ਆ, ਧੁੰਦਾ ਸਾਹਿਬ ਖਲੋਤੇ ਆ, 2 ਤਰੀਕ ਨੂੰ ਸੈਮੀਨਾਰ ਲਾਇਆ ਕੁੜੀਆਂ ਦਾ। 350 ਕੁੜੀ ਪੜ੍ਹਾਉਣਾ ਮੈਂ, ਗਰੀਬਾਂ ਦੀ ਜਿਹੜੀ +2 ਕਰਕੇ ਲੋੜਵੰਦ ਕੁੜੀਆਂ ਘਰ ਬੈਠੀਆਂ, ਉਹਨਾਂ ਦਾ ਸਾਰਾ ਖਰਚ ਅਸੀਂ ਕਰਦੇ, ਆਨਲਾਈਨ ਪੜ੍ਹਾਉਂਦੇ ਆ। ਉਹਦੇ ਵਿੱਚ DC ADC ਜਿਹੜੇ SDM ਜਿਹੜੇ ਪ੍ਰਿੰਸੀਪਲ ਉਹ ਲਿਆਏ ਆ, ਉਹਨਾਂ ਨੇ ਸਾਨੂੰ ਗਾਈਡ ਕੀਤਾ ਵੀ ਤੁਸੀਂ ਜਿਹੜੇ ਟੌਪਰ ਬੱਚੇ ਆ 10ਵੀਂ 9ਵੀਂ 10ਵੀਂ ਚੁੱਕਾਂਗੇ ਕਰਾਂਗੇ, ਕਿਉਂਕਿ ਉਹਨੂੰ ਅੱਗੇ ਲੈ ਕੇ ਜਾਵਾਂਗੇ। ਫਿਰ ਅਸੀਂ ਲੋਕਾਂ ਦੀ ਅੱਖਾਂ ਦੇ ਆਪਰੇਸ਼ਨ 1200-1300 ਮਾਤਾ ਦਾ, ਬਜ਼ੁਰਗ ਦਾ, ਤੇ ਸਾਡੇ ਬਜ਼ੁਰਗਾਂ ਸਮਾਨ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੇ ਆਪਰੇਸ਼ਨ ਕਰਵਾਏ ਆ। ਘਰੋਂ ਲੈ ਕੇ ਜਾਂਦੇ, ਘਰੋਂ ਛੱਡ ਕੇ ਆਉਂਦੇ ਆ। ਤੇ ਜੇ ਇਹੋ ਜਿਹੇ ਹਸਪਤਾਲ ਇਹਨਾਂ ਦੇ ਡਾਕਟਰ ਹੋਣ ਤਾਂ ਸਾਨੂੰ ਕੀ ਲੋੜ ਫਾਹ ਲੈਣ ਦੀ? ਸਾਨੂੰ ਤਾਂ ਕਰਨਾ ਪਿਆ ਵੀ ਜਿਹੜੇ ਸਾਡਾ ਵਿਧਾਇਕ ਆ ਉਹਦੇ ਕੰਨ ਤੇ ਜੂੰ ਨਹੀਂ ਸਰਕਦੀ, ਉਹ ਕਰਦਾ ਕੱਖ ਨਹੀਂ ਹੈ। ਤੇ ਉਹ ਜਿਹੜੇ ਕੰਮ ਸਾਨੂੰ ਕਰਨੇ ਪੈਂਦੇ ਆ। ਮੈਂ ਪਿੰਡ ਇੱਕ ਟੀਮ ਬਣਾਈ ਹੈ, ਮਲਟੀਮੀਡੀਆ ਟੀਮ। ਉਹਦੇ ਵਿੱਚ ਅਸੀਂ ਕੰਪਿਊਟਰ ਲਾ ਕੇ ਆਨਲਾਈਨ ਪਿੰਡ ਬਹਿ ਕੇ ਉਸੇ ਵੇਲੇ ਲੋਕਾਂ ਦੇ 5 ਲੱਖ ਵਾਲੇ ਬੀਮੇ ਵਾਲੇ ਕਾਰਡ ਬਣਾ ਕੇ ਦਿੰਦੇ ਆ। ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਉਹ ਦਿੰਦੇ ਆ। ਜਿਹੜੇ 51,000 ਸਗਨ ਸਕੀਮ ਵਾਲੇ ਪੈਸੇ ਜਿਹਦੇ ਨਹੀਂ ਮਿਲਦੇ ਉਹ ਬਣਾ ਕੇ ਦਿੰਦੇ ਆ। ਈਸ਼ਰਮ ਕਾਰਡ ਜਿਹੜਾ ਆਇਆ ਜਿਹਦੇ ਉੱਤੇ 2-2 3-3 ਹਜ਼ਾਰ ਰੁਪਈਆ ਸਰਕਾਰਾਂ ਨੇ ਕਹਿਣ ਵਾਸਤੇ ਦਿੱਤਾ ਵੀ ਅਸੀਂ ਦੇਵਾਂਗੇ ਆਉਣ ਵਾਲੇ ਸਮਾਂ 'ਚ, ਉਹ ਬਣਾ ਕੇ ਦਿੰਦੇ ਆ। ਜਿਹਨੇ ਕੰਮ ਕਰਨਾ ਯਾਰ, ਉਹਨੂੰ ਇਹ ਕੰਮ ਜਿਹੜਾ ਸਰਕਾਰ ਦੇ ਵਿਧਾਇਕ ਦੇ ਫੋਨ ਤੇ ਹੁੰਦੇ ਆ, ਉਹਨੂੰ ਕਰਨ ਦੀ ਲੋੜ ਨਹੀਂ ਹੈ। ਜਿਹਨੇ ਕਰਨਾ ਯਾਰ ਪੱਟੀ 'ਚ ਹੋ ਰਿਹਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਸਰਕਾਰ ਨੇ ਵਿਕਾਸ ਨਹੀਂ ਕੀਤਾ। ਜਿਹੜਾ MLA ਕਰੂਗਾ ਲੋਕ ਉਹਦਾ ਨਾਂ ਲੈਣਗੇ। ਉਹ ਤਾਂ ਠੀਕ ਹੈ ਚੇਅਰਮੈਨ ਸਾਹਿਬ, ਪਰ ਜਿਹੜਾ ਕਿਸਾਨ ਜਥੇਬੰਦੀਆਂ ਨੇ ਵੀ ਸਵਾਲ ਤੁਹਾਡੇ ਤੇ ਖੜਾ ਕੀਤਾ ਸਰਕਾਰ ਤੇ, ਕਿ ਜਿਵੇਂ ਨਸ਼ਾ, ਬੇਅਦਬੀ, ਭ੍ਰਿਸ਼ਟਾਚਾਰ, ਇਹ ਜਿਹੜੇ ਮੁੱਦੇ ਆ, ਇਹ ਮੁੱਦੇ ਅੱਜ ਵੀ ਜਿਉਂ ਦੇ ਤਿਉਂ ਉਹਨਾਂ ਨੇ ਆਖਿਆ ਵੀ ਖੜੇ ਆ। ਇਹਨਾਂ ਮੁੱਦਿਆਂ ਨੂੰ ਲੈ ਕੇ ਜਦੋਂ 2017 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੀ ਸਰਕਾਰ ਬਣੀ ਸੀ। ਪਰ ਅੱਜ ਵੀ ਉਹਨਾਂ ਮੁੱਦਿਆਂ ਨੂੰ ਲੋਕ ਜਿਹੜਾ ਉਹ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ, ਤੇ ਲੋਕ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰਦੇ ਆ। ਇਸ ਬਾਰੇ ਤੁਹਾਡਾ ਕੀ ਵਿਚਾਰ? ਦੇਖੋ, ਇਹ ਕੋਈ ਦੋ ਰਾਏ ਨਹੀਂ, ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਜੇ ਉਸ ਟਾਈਮ ਦੇ ਜਿਹੜੇ ਉਦੋਂ ਦੇ ਮੁੱਖ ਮੰਤਰੀ ਉਹਨਾਂ ਨਹੀਂ ਕੀਤੇ ਤੇ ਪਾਰਟੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ, ਕੰਨੋਂ ਫੜ ਕੇ ਕੁਰਸੀ ਤੋਂ ਥੱਲੇ ਤਾਰ ਦਿੱਤਾ। ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਜੇ ਜੋ ਕਿਹਾ ਉਹ ਕਰਨਗੇ, ਜੋ ਗਾਂਹ ਕਿਹਾ ਉਹ ਕੀਤਾ ਜਾਏਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਉਹ ਸਰਕਾਰ 'ਚ ਤੇ ਇਹ ਸਰਕਾਰ 'ਚ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਹੈ। ਚੰਨੀ ਸਾਹਿਬ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਤੇ ਕਰ ਰਹੇ ਆ। ਬਿਲਕੁਲ ਮੈਂ ਇਸ ਗੱਲ ਤੋਂ, ਅਸੀਂ ਵੀ ਪੀੜਤ ਇੱਥੇ ਰਹਿਣ ਵਾਲੇ ਲੋਕ ਆ। ਨਸ਼ਿਆਂ ਦੀ ਗੱਲ ਕਰ ਲਓ, ਜੋ ਗੱਲ ਹੈ ਉਹ ਜੋ ਸਰਦਾਰ ਦਿਆਲ ਸਿੰਘ ਨੇ ਕਿਹਾ ਇੰਨ ਬਿਨ ਸਹੀ ਹੈ। ਉਹ 'ਚ ਕੋਈ ਦੋ ਰਾਏ ਨਹੀਂ ਗੀ ਕਿ ਕੌਣ ਵੇਚਦਾ ਤੇ ਕੌਣ ਵਿਕਾਉਂਦਾ ਸੀ। ਲੋਕੀ ਕਹਿਣਗੇ, ਮੂੰਹ ਤੇ ਕਹਿਣਗੇ, ਅੱਗੇ ਵਾਲੀਆਂ ਗੱਲਾਂ ਨਹੀਂ ਗੀਆਂ। ਪਰ ਜਿਹੜੀ ਗੱਲ ਹੈ ਬਹੁਤ ਮਾੜੀ ਹੈ। ਜਿਹੜੇ ਲੋਕਾਂ ਨੂੰ ਸੰਗਤ ਜ਼ਿੰਮੇਵਾਰੀ ਦਿੰਦੀ ਹੈ, ਚਾਹੇ ਉਹ ਕਿਸੇ ਪਾਰਟੀ ਦਾ ABC ਜੱਟ ਕਿਸੇ ਪਾਰਟੀ ਦਾ ਨੁਮਾਇੰਦਾ ਹੋਵੇ, ਹਲਕੇ ਦਾ ਆਗੂ ਹੋਵੇ,
ਉਹਨੂੰ ਡਟ ਕੇ ਲੋਕਾਂ ਨਾਲ ਖੜਨਾ ਚਾਹੀਦਾ ਹੈ। ਸਿਰਫ ਤੇ ਸਿਰਫ ਤਿਜੋਰੀ ਆਪਦੇ ਘਰ ਵਾਸਤੇ ਨਹੀਂ ਖੋਲ੍ਹਣੀ ਚਾਹੀਦੀ। ਹੁਣ ਗੱਲ ਕਹਿਣ ਨੂੰ ਕੀ ਆ, ਜੇ ਗੱਲ ਕਹਿ ਦਿੰਨੇ ਆ ਫਿਰ ਉਹ ਮੁੜ ਕੇ ਕਹੋਗੇ ਵੀ ਇਹ ਬੋਲਦੇ ਆ, ਕਹਿੰਦੇ ਆ। ਗੱਲ ਤੇ ਆ ਵੀ ਉਹ ਬ੍ਰਹਮਪੁਰਾ ਸਾਹਿਬ ਨੇ ਪਿਛਲੇ ਦਿਨੀ ਉਹ ਸਾਡਾ ਇੱਕ ਭਰਾ ਸੰਘਾ ਸਾਹਿਬ ਨੂੰ ਜੁਆਇਨ ਕਰਾਇਆ, ਉਹ ਰੇਤ ਦੀਆਂ ਪਰਚੀਆਂ ਹੀ ਕੱਟੀ ਜਾਂਦਾ। ਉਹ ਸਾਨੂੰ ਸਮਝ ਨਹੀਂ ਆਉਂਦੀ ਤੇ ਪਹਿਲੋਂ ਉਹ ਕਿਉਂ ਹੋਇਆ, ਉਹਨੂੰ ਕਿਉਂ ਕਹਿਣਾ ਪਿਆ? ਕਿਉਂਕਿ ਯਾਰ ਸਾਡੇ ਨਾਲ ਵਾਪਰੀ 10 ਸਾਲ ਸਭਰਾਵਾਂ ਦਾ ਸਰਪੰਚ ਆ, ਸ਼ਾਇਦ ਸਿੰਘ ਉਹਦਾ ਸੁਖਵਿੰਦਰ ਸਿੰਘ ਨਾਂ ਸੀ, ਸੁਖਵਿੰਦਰ ਸਿੰਘ। ਇੱਥੇ ਬਹਿ ਕੇ ਉਹਨੇ ਸਾਡੀ ਰੇਤ ਵੇਚੀ ਹੈ 10 ਸਾਲ ਅਕਾਲੀ ਦਲ ਦੀ ਗੌਰਮੈਂਟ ਦੇ ਵਿੱਚ। ਕਚੂੰਬਰ ਕੱਢਿਆ, ਸੜਕਾਂ ਤੋੜੀਆਂ। ਉਹ ਕਿਹਨਾਂ ਦੀ ਵਿਕਦੀ ਸੀ? ਸਰਕਾਰ ਵਾਲਿਆਂ ਦੀ ਨਹੀਂ ਸੀ ਵਿਕਦੀ। ਕੌਣ ਵੇਚਦਾ ਸੀ? ਉਹ ਤਾਂ ਹੀ ਤੇ ਵਿਚਾਰਾ ਸਿੰਘਾ ਕਹਿੰਦਾ ਵੀ ਆਪਾਂ ਵੀ ਬਹੁ ਪਰਚੀ ਕੱਟਾਂਗੇ। ਗੱਲ ਸੱਚੀ ਹੈ, ਝੂਠੀ ਨਹੀਂ ਹੈ। ਸੋ ਇਹ ਗੱਲ ਮੈਂ ਤੁਹਾਨੂੰ ਦੱਸ ਦਿਆਂ, ਭਾਊ ਮੇਰਿਓ, ਭਰਾਵੋ, ਸੋਚ ਸਮਝ ਕੇ ਪਾਰਟੀ ਕੋਈ ਮਾੜੀ ਨਹੀਂ, ਨਾ ਅਕਾਲੀ, ਨਾ ਕਾਂਗਰਸੀ, ਨਾ ਆਮ, ਨਾ BJP, ਨਾ ਬਹੁਜਨ ਸਮਾਜ ਪਾਰਟੀ, ਸਾਰੀਆਂ ਚੰਗੀਆਂ। ਬੰਦੇ ਦੀ ਸੋਚ ਹੁੰਦੀ ਹੈ, ਜਿਹੜੀ ਸੋਚ ਦਾ ਬੰਦਾ ਚੰਗਾ, ਕਿਸੇ ਪਾਰਟੀ ਦਾ ਸਮਾਂ ਚੰਗੇ ਬੰਦਾ ਵੇਖ ਕੇ ਚੁਣਿਆ ਕਰੋ। ਐਵੇਂ ਪਾਰਟੀਆਂ ਦੇ ਮਗਰ ਪਾਰਟੀਆਂ ਨਾਲ ਪੱਟਿਆ ਕਰੋ। ਪਾਰਟੀਆਂ ਸਾਰੀਆਂ ਵਧੀਆ, ਜਿਹੜੀ ਸੋਚ ਚੰਗੀ ਹੈ ਜਿਹੜੇ ਬੰਦੇ ਦੀ, ਉਹਨੂੰ ਅੱਗੇ ਆਉਣਾ ਚਾਹੀਦਾ। ਫਿਰ ਉਹਦੇ ਗੱਲ ਸਾਬਾ ਪਾਵਾਂਗੇ। ਜੇ ਕੋਈ ਇਲਾਕੇ ਦਾ ਉਹਦੇ ਪਾਵਾਂਗੇ ਨਾ। ਸਰਦਾਰ ਦਾਲ ਸਿੰਘ ਨੇ ਕਿਹਾ ਵਾਅਦੇ ਉਹ ਕਰਿਓ ਜਿਹੜੇ ਪੂਰੇ ਕਰਨ ਦੇ, ਗਲਾ ਸਾਬਾ ਪਾਵਾਂਗੇ। ਗਲ 'ਚ ਸਾਬਾ ਤਾਂ ਹੀ ਪਾਓਗੇ ਜੇ ਤੁਹਾਨੂੰ ਕੋਈ ਲੱਭੂ ਦੇ। ਜਦੋਂ 5-5 ਸਾਲ 4 ਸਾਲ ਲੱਭਣਾ ਤੇ ਸਾਬਾ ਕਿਹਦੇ ਪਾ ਲਓਗੇ? ਸਾਬਾ ਪਾਓਗੇ ਜਾਂ ਰਵਿੰਦਰ ਦੇ ਪਾਓਗੇ ਜਾਂ ਸਾਡੇ ਪਾਓਗੇ, ਤੁਰੇ ਫਿਰਦੇ ਆ ਆਮ ਆਰਟੀ ਵਾਲਿਆਂ ਦੇ ਪਾਓਗੇ, ਹੋਰ ਕਿਤੇ ਪਾਓਗੇ? ਕਿਉਂਕਿ ਅਸੀਂ ਤੁਹਾਨੂੰ ਵਾਜਣਾ ਕਿਸੇ ਭੋਗ ਵਿਆਹ ਤੇ ਜਿਹਨਾਂ ਮਿਲਣਾ ਹੀ ਨਹੀਂ ਉਹਦਾ ਕੀ ਕਰੋਗੇ? ਸੋ ਭਰਾਓ ਗੱਲ ਇਹ ਆ, ਇਸ ਵੇਲੇ ਆ ਸਮਾਂ ਜਿਹੜਾ ਇਲੈਕਸ਼ਨ ਦਾ ਚੱਲ ਰਿਹਾ, ਸਾਰੇ ਸਾਡੇ ਭੈਣਾਂ ਨੂੰ, ਭਰਾਵਾਂ ਨੂੰ ਬੜੀ ਸੋਚ ਸਮਝ ਦੇ ਨਾਲ ਫੈਸਲਾ ਲੈਣਾ ਚਾਹੀਦਾ ਵੀ ਸਾਡੇ ਇਲਾਕੇ ਦਾ ਵਿਕਾਸ ਕੌਣ ਕਰ ਸਕਦਾ। ਸਾਡੇ ਹਲਕੇ ਦੇ ਵਿੱਚ ਜਿੰਨੇ ਸਕੂਲ ਆ, ਟੀਚਰ ਪੂਰੇ ਨਹੀਂ। ਸਾਡੇ ਜਿੰਨੇ ਡਿਸਪੈਂਸਰੀਆਂ, ਕਿਸੇ ਡਾਕਟਰ ਨਹੀਂ। ਕਿੱਥੇ ਜਾਣਗੇ ਲੋਕ? ਸਿਹਤ ਤੇ ਸਿੱਖਿਆ ਹੀ ਇੱਥੇ ਸਵਾਲ ਤੇ ਚੇਅਰਮੈਨ ਸਾਹਿਬ ਪੈਦਾ ਹੁੰਦਾ ਨਾ, ਸਰਕਾਰ ਤੁਹਾਡੀ ਆ। ਜੇ ਤੁਹਾਡੀ ਸਰਕਾਰ ਹੈ ਤੇ ਟੀਚਰ ਪੂਰੇ ਨਹੀਂ, ਡਾਕਟਰ ਪੂਰੇ ਨਹੀਂ, ਸੜਕਾਂ ਦੇ ਉੱਤੇ ਜਿਹੜੇ ਮੁਲਾਜ਼ਮ ਨੇ ਕੱਚੇ ਨੇ, ਉਹ ਇਹੋ ਜਿਹੀਆਂ ਠੰਡਾਂ ਦੇ ਵਿੱਚ ਧਰਨੇ ਲਾਈ ਬੈਠੇ ਨੇ। ਸੋ ਸਰਕਾਰ ਤੁਹਾਡੀ ਆ। ਜੇ ਤੁਸੀਂ ਸਰਕਾਰ ਦੇ ਵਿੱਚ ਹੋ ਕੇ ਇਹ ਗੱਲ ਕਰਦੇ ਜੇ, ਫਿਰ ਲੋਕ ਕੀ ਆਸ ਰੱਖ ਸਕਦੇ? ਸੱਚ ਕਹਿਣਾ ਚਾਹੀਦਾ, ਸੱਚ ਕਹਿਣ ਦੀ ਹਿੰਮਤ ਚਾਹੀਦੀ ਹੈ, ਝੂਠ ਨਹੀਂ ਬੋਲਣਾ ਚਾਹੀਦਾ। ਸਰਕਾਰ ਪੱਟੀ 'ਚ ਵੀ ਉਹ ਸਰਕਾਰ ਜਿੱਥੇ ਬੰਦਾ ਜੀਂਦਾ, ਜਿਹਨੂੰ ਅਕਲ ਆ, ਉੱਥੇ ਸਰਕਾਰ ਕੰਮ ਕਰਦੀ ਹੈ। ਸਰਕਾਰ ਨੇ ਆਪ ਆਣ ਕੇ ਚੰਨੀ ਸਾਹਿਬ ਨੇ ਇੱਥੇ ਟੀਕੇ ਨਹੀਂ ਲਾਉਣੇ। ਜਿਹੜਾ ਹਲਕੇ ਦਾ ਵਿਧਾਇਕ ਆ, ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਸਾਨੂੰ ਪੂਰੇ ਕਰਕੇ ਦੇਵੇ। ਆ ਪਿਛਲੇ ਦਿਨੀ ਸਿੱਖਿਆ ਮਹਿਕਮੇ ਦੇ 'ਚ ਬਦਲੀਆਂ ਹੋਈਆਂ, 106 ਬੰਦਿਆਂ ਦੀ ਪੱਟੀ ਹਲਕੇ ਦੇ ਵਿੱਚ ਟਰਾਂਸਫਰ ਕਰਾ ਕੇ ਲੋਕ ਆਪਣੇ ਆਪਣੇ ਹਲਕਿਆਂ 'ਚ ਚਲੇ ਗਏ। ਉਹਦੇ ਬਦਲੇ ਉਹ 213 ਲੈ ਕੇ ਆਇਆ। ਪੂਰੇ ਕੀਤੇ ਆ ਸਾਰੇ ਸਕੂਲਾਂ ਟੀਚਰ ਪੂਰੇ। ਤੁਸੀਂ ਜਾਓ, ਚੱਲ ਜਾਓ, ਆ ਹੁਣੇ ਜਾਓ ਹਸਪਤਾਲ, 13 ਡਾਕਟਰ ਚਾਹੀਦੇ ਤਾਂ 13 ਤੇ ਬੱਚਿਆਂ ਦਾ ਡਾਕਟਰ ਹੀ ਹੈ ਨਹੀਂ, ਔਰਤਾਂ ਦਾ ਡਾਕਟਰ ਹੀ ਹੈ ਨਹੀਂ। ਲੋਕ ਪਾ ਕੇ 108 'ਚ ਮੁੜ ਕੇ ਭਜਾਈ ਜਾਂਦੇ ਆ ਤੇ ਸਿਰਫ 26 ਦੇ ਪਰਚੇ ਬਣਦੇ। ਕੌਣ ਬਣਾਉਂਦਾ? ਤੁਹਾਨੂੰ ਪਤਾ ਨਹੀਂ ਕੌਣ ਬਣਾਉਂਦਾ। ਇਹਦੇ ਬਾਰੇ ਆਪਾਂ ਵਿਧਾਇਕ ਸਿੱਕੀ ਦੇ ਜਿਹੜੇ ਨੁਮਾਇੰਦੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਜਗਰੂਪ ਸਿੰਘ ਜੀ, ਸਰਪੰਚ ਸਾਹਿਬ। ਹਾਂਜੀ, ਗਾਸਰਾ ਵਾਲੀ ਗੱਲ ਚੱਲਣ ਡਈ ਹੈ ਨਾ ਵਿਕਾਸ ਦੀ, ਪਿੰਡ ਦੀ। ਇੰਨੇ ਬੰਦੇ ਸਰਪੰਚ ਪੰਜ ਪੁੱਛੋ ਵੀ ਕਿਹੜੇ ਪਿੰਡ ਗ੍ਰਾਂਟ ਨਹੀਂ ਆਈ ਕਾਂਗਰਸ ਕੀ ਸਾਨੂੰ ਦਿੱਤੀ ਗ੍ਰਾਂਟ? ਸਭ ਪਿੰਡਾਂ ਗ੍ਰਾਂਟਾਂ ਆਈਆਂ, ਸਭ ਕੰਮ ਚੱਲਣ ਡਿਆ, ਇੰਟਰ ਟੈਲਾਂ ਲੱਗਣ ਡਈਆਂ ਵਾ, ਸਕੂਲ ਬਣ ਰਹੇ, ਅਪਗ੍ਰੇਡ ਸਾਰਾ ਕੁਝ ਹੋਣ ਡਿਆ ਵਾ। ਹੁਣ ਗੋਨਾ ਸਾਹਿਬ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਸਿੱਕੀ ਸਾਹਿਬ ਨੇ। ਆਪਣੇ ਸਬਾਈਪੁਰ ਚ ਜੋ ਉੱਥੇ ਆਪਣੇ ਡਿਗਰੀ ਕਾਲਜ, ਸਰਕਾਰੀ ਕਾਲਜ ਬਣਾਇਆ। ਚੋਲਾ ਸਾਹਿਬ ਐਗਰੀਕਲਚਰ ਡਿਵੈਲਪਮੈਂਟ ਲਿਆਂਦੀ ਆ। ਮਤਲਬ ਕਹਿਣ ਦਾ ਵੀ ਕੰਮ ਸਾਰੇ ਕਿਸੇ ਨੇ ਕਰਾਏ ਆ। ਬਾਕੀ ਉਹ ਵੀ ਉਹ ਬੰਦਾ ਸ਼ੋਸ਼ੇਬਾਜ਼ੀ ਨਹੀਂ ਕਰਦਾ, ਫੋਟੋ ਮੈਨ ਨਹੀਂ ਹੈਗਾ ਵੀ ਆਹ ਚੱਕ ਦਿੱਤਾ ਫੋਟੋ ਲਵਾ ਲਾਂ, ਆਹ ਚੱਕ ਦਿੱਤਾ ਫੋਟੋ ਲਵਾ ਲਾਂ। ਕੋਈ ਗੱਲ ਨਹੀਂ। ਇੰਨੇ ਬੰਦੇ ਸੁਣਦੇ ਨਾ, ਪੁੱਛੋ ਵੀ ਕਿਹੜੇ ਪਿੰਡ ਗ੍ਰਾਂਟ ਨਹੀਂ ਆਈ। ਗਾੜੀ ਪੰਚਾਇਤਾਂ ਇਹਨਾਂ ਬਣਾਈਆਂ, ਲੋਕਾਂ ਸਰਪੰਚਾਂ ਪੈਸੇ ਲਾਉਣੇ ਆ ਐਵੇਂ। ਪਰ ਜਿਹੜਾ ਇੱਥੇ ਹੁਣ ਦੋਸ਼ ਲੱਗ ਰਿਹਾ ਵੀ ਹਸਪਤਾਲ 'ਚ ਡਾਕਟਰ ਹੈ ਨਹੀਂ ਗੇ, ITI ਆ ਪ੍ਰਾਈਵੇਟ ਹੱਥਾਂ 'ਚ ਦਿੱਤੀ ਗਈ ਆ। ਇਹ ਤੇ ਲੋਕਾਂ ਦੇ ਸਾਹਮਣੇ ਆ ਨਾ। ਇਹਦੇ ਬਾਰੇ ਵੇਖੋ ਜਿਹੜੀ ਆਈਟੀ ਦਾ ਕੰਮ ਹੈ, ਜਿਹੜਾ ਵੱਡੇ ਲੈਵਲ ਦਾ ਕੰਮ ਆ, ਇਹ ਐਮਐਲਏ ਦੱਸਣ ਕਿਉਂ ਕੀ ਕਾਰਨ ਹੋਇਆ। ਬਾਕੀ ਜਿਹੜਾ ਹਸਪਤਾਲਾਂ ਦੇ ਵਿੱਚ ਲਗਭਗ ਡਾਕਟਰ ਪੂਰੇ ਹੀ ਆ। ਅਸੀਂ ਤਾਂ ਭੇਜਦੇ ਆ ਮਰੀਜ਼, ਗੋਡੇ ਅਸੀਂ ਬਦਲਾਉਣੇ ਲੋਕਾਂ ਦੇ। ਵੱਖਰੀ ਗੱਲ ਆ ਵੀ ਇੱਕ ਸਰਕਾਰੀ ਸਹੂਲਤ ਲੈਣ ਵਾਸਤੇ, ਕਾਰਡ ਲੈਣ ਵਾਸਤੇ ਡਾਕਟਰ ਬਹੁਤੇ ਹੱਥ ਨਹੀਂ ਪਾਉਂਦੇ, ਗੌਰਮੈਂਟ ਦੇ ਪੈਸੇ ਲੇਟ ਹੋ ਜਾਂਦੇ। ਪਰ ਅਸੀਂ ਤਾਂ 20 ਬੰਦੇ ਗੋਡੇ ਪਵਾਏ ਮੈਂ, ਕੋਈ ਨਾ ਨੁੱਕਰ ਨਹੀਂ ਹੈਗੀ। ਬਾਕੀ ਜਿਹੜੀ ਗੱਲ ਵਾਰ-ਵਾਰ ਐਮਐਲਏ ਸਾਹਿਬ ਮੈਂ ਬਿਲਕੁਲ ਵਧੀਆ ਕੰਮ ਕਰਨ ਡਿਆ, ਕੋਈ ਕਮੀ ਪੇਸ਼ੀ ਨਹੀਂ। ਬਾਕੀ ਹਰ ਇੱਕ ਪਿੰਡ ਸਰਪੰਚ ਪੁੱਛੋ ਵੀ ਕਿਹੜੇ ਪਿੰਡ ਗ੍ਰਾਂਟ ਨਹੀਂ ਆਈ। ਜੇ ਗ੍ਰਾਂਟ ਮਿਲੀ ਸਰਪੰਚ ਨੇ ਨਹੀਂ ਲਾਈ, ਨੂੰ ਪਿੰਡ ਨੇ ਪੁੱਛਣ ਇੰਨੇ ਲੱਖ ਰੁਪਈਆ ਕਿੱਥੇ ਗਿਆ ਹੈ। ਡਿਵੈਲਪਮੈਂਟ ਤਾਂ ਹੁੰਦੀ ਫੁੱਲ। ਹੁਣ ਮੇਰੇ ਪਿੰਡ ਦੀ ਗੱਲ ਲੈ ਲਓ, ਮੈਨੂੰ 40,000 ਰੁਪਈਆ ਨਹੀਂ ਮਿਲਿਆ। ਹੁਣ ਸਿੱਕੀ ਸਾਹਿਬ ਐਮਐਲਏ ਆ, ਵਾਧੂ ਰੁਪਈਆ ਟੈਲ ਲੱਗਣ ਡਈ ਆ, ਬੜੀਆਂ ਬਣਾਈਆਂ ਵਾ, ਸਕੂਲ ਵਧੀਆ ਬਣ ਰਿਹਾ ਆ, ਗਰਾਊਂਡ ਦਾ ਪ੍ਰੋਜੈਕਟ ਸ਼ੁਰੂ ਕੀਤਾ ਵਾ, ਹਰ ਕੰਮ ਹੋਣ ਡਿਆ। ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ, ਇਹੋ ਜਿਹੀ ਗੱਲ ਹੈਗੀ।
ਤੇ ਬਾਕੀ ਹੁਣ ਮੌਜੂਦਾ ਵਿਧਾਇਕ ਟਿਕਟਾਂ ਚਾਹਣ ਜ਼ਿਆਦੇ ਆ ਤੇ ਨਾ ਲਾਈ ਜਾਂਦੇ ਆ, ਲਾਈ ਜਾਣ, ਉਹ ਤੇ ਚਲੋ ਇਹਨਾਂ ਕੀ ਫਰਕ ਪੈਣਾ, ਕਿਹਨੂੰ ਫਰਕ ਪੈਣਾ। ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਮੁਖਤਾਰ ਸਿੰਘ ਜੀ ਮੱਲਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ। ਸੋ ਇਹਨਾਂ ਨੂੰ ਆਪਾਂ ਪੁੱਛਾਂਗੇ ਕਿ ਕੈਪਟਨ ਸਾਹਿਬ ਨੇ ਜਿਹੜੀ ਘਰ ਘਰ ਨੌਕਰੀ ਤੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੀ ਗੱਲ ਕੀਤੀ ਸੀ, ਉਹ ਨੌਜਵਾਨ ਅਜੇ ਤੱਕ ਡਿੱਗਦੇ ਨੇ। ਉਸ ਤੋਂ ਬਾਅਦ 'ਚ ਜਿਹੜਾ ਚੰਨੀ ਸਰਕਾਰ ਆ ਜਾਂਦੀ ਹੈ, ਔਰ ਚੰਨੀ ਸਰਕਾਰ ਜਿਹੜੀ ਹੈ ਉਹ ਆਣ ਕੇ ਉਹਨਾਂ ਦੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਕਾਂਗਰਸ ਦੇ, ਉਹ ਸਕੂਟੀਆਂ ਦੇਣ ਦੀ ਗੱਲ ਕਰਦੇ ਨੇ ਲੜਕੀਆਂ ਦੇ। ਇਸ ਦੇ ਬਾਰੇ ਇਹਨਾਂ ਦਾ ਕੀ ਕਹਿਣਾ? ਬਹੁਤ ਹੀ ਧੰਨਵਾਦੀਆਂ ਸੀ ਜੀਦਾਰੇ ਦੇ। ਪਹਿਲੀ ਗੱਲ ਤੇ ਜਿਹੜੇ ਪੰਜਾਬ ਦੇ ਮੁੱਦੇ ਅਸਲੀ, ਉਹਨਾਂ ਤੋਂ ਸਾਰੀਆਂ ਪਾਰਟੀਆਂ ਜਿਹੜੀਆਂ ਹੱਥ ਧੋ ਕੇ ਪਿਛਾਂਹ ਪੈ ਗਈ। ਕਿਸੇ ਨੂੰ ਇਹ ਚਿੰਤਾ ਹੀ ਨਹੀਂ ਕਿ ਜਵਾਨੀ, ਕਿਸਾਨੀ ਤੇ ਪਾਣੀ, ਇਹ ਤਿੰਨ ਚੀਜ਼ਾਂ ਬਚਾਉਣੀਆਂ ਚਾਹੀਦੀਆਂ। ਨਾ ਪੰਜਾਬ ਦਾ ਪਾਣੀ ਰਿਹਾ ਵਰਤਣ ਵਾਲਾ, ਨਾ ਸਾਡੀ ਜਵਾਨੀ ਰਹੀ ਇੱਥੇ ਪੰਜਾਬ ਦੇ ਵਿੱਚ, ਤੇ ਸਗੋਂ ਹੋਰ ਕੀਤਾ ਜਾ ਰਿਹਾ। ਤੁਹਾਨੂੰ ਆਈਲੈਟਸ ਜਿਹੜੇ ਸੈਂਟਰ ਖੋਲ੍ਹ ਦਿਆਂਗੇ। ਕਈ ਪਾਰਟੀਆਂ ਆਈਲੈਟਸ ਸੈਂਟਰ ਵਾਲੇ ਬਣੇ ਤੁਰ ਗਈਆਂ। ਆਈਐਸ ਤੇ ਪੀਸੀਐਸ ਇੱਥੇ ਕਿਉਂ ਨਹੀਂ ਖੋਲ੍ਹਦੇ? ਇੱਥੇ ਸਿਹਤ, ਸਿੱਖਿਆ ਤੇ ਰੁਜ਼ਗਾਰ ਦਾ ਕਿਉਂ ਨਹੀਂ ਪ੍ਰਬੰਧ ਕੀਤਾ ਜਾਂਦਾ? ਸਾਨੂੰ ਤੇ ਚਿੰਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਭਈ ਹੁਣ 50% ਬਜ਼ੁਰਗ ਸਾਡੇ ਵਰਗੇ ਇਹੋ ਜਿਹੇ ਜਿਨ੍ਹਾਂ ਨੂੰ ਆਪਣੇ ਉਹਨਾਂ ਦੇ ਫੂਕਣ ਵਾਲੇ ਨਹੀਂ ਇੱਥੇ ਹੈਗੇ, ਜਿਨ੍ਹਾਂ ਮਗਰੋਂ ਲਾਂਬੂ ਲਾਉਣਾ ਉਹ ਵੀ ਨਹੀਂ ਰਹੇ। ਤੇ ਇਹਦੇ ਵਾਸਤੇ ਕਿਸੇ ਨੂੰ ਚਿੰਤਾ ਨਹੀਂ। ਕੋਈ ਸਮਾਰਟਫੋਨ ਦੀ ਗੱਲ ਕਰੀ ਜਾਂਦਾ, ਕੋਈ ਘਰ ਘਰ ਨੌਕਰੀ ਦੀ ਗੱਲ ਕਰਦਾ। ਅਸੀਂ ਤਾਂ ਕਹਿੰਦੇ ਜਿਹੜੀ ਸਰਕਾਰ ਹੁਣ ਬਣ ਗਈ ਉਹਨੂੰ ਤੇ ਫਿਰ ਆ ਜਿਹੜੇ ਇਸ ਸਾਲ ਦੇ 18 ਸਾਲ ਦੇ ਹੋਣੇ ਉਹਨਾਂ ਨੂੰ ਨੌਕਰੀ ਦੇਣੀ ਪੈਣੀ, ਪਿਛਲੇ ਸਾਰਿਆਂ ਨੂੰ ਮਿਲ ਗਈ। ਇਹ ਕੈਪਟਨ ਦਾ ਬਹੁਤ ਵੱਡਾ ਧੋਖਾ ਸੀਗਾ ਤੇ ਧੋਖੇ ਦੇ ਨਾਲ ਉਹ ਸਰਕਾਰ ਵਿੱਚ ਆਣ ਕੇ ਇੱਥੇ ਬੈਠ ਗਏ। ਇਹ ਧੋਖੇਬਾਜ਼ ਜਿਹੜੀ ਵੀ ਕੋਈ ਪਾਰਟੀ ਆਉਂਦੀ ਆ ਜਿਹੜੇ ਸਾਡੇ ਵੀਰ ਕਰਦੇ ਆ, ਭਾਵੇਂ ਆਮ ਆਦਮੀ ਪਾਰਟੀ ਭਾਵੇਂ ਕਾਂਗਰਸ ਵਾਲੀ ਆ, ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ 95 ਲੱਖ ਔਰਤ ਜਿਹੜੀ ਆ ਉਹਦਾ 9.5 ਕਰੋੜ ਰੁਪਈਆ ਬਣਨਾ ਇੱਕ ਮਹੀਨੇ ਦਾ, 1000 ਦੇ ਨਾਲ, ਤੇ 2 ਨਾਲ 19,000 ਕਰੋੜ ਬਣਨਾ ਕਿੱਥੋਂ ਦਿਓਗੇ? ਘਰ ਇਹ ਦਾਣੇ ਦੇ ਮਾਂ ਪੀਣ ਨੂੰ ਗਈ ਆ, ਉਹ ਹਿਸਾਬ ਬਣਿਆ ਪਿਆ ਇੱਥੇ ਭਈ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ 1.5 ਸਾਲ ਕੱਟਿਆ ਵਾ ਆਪਣੇ ਐਜੀਟੇਸ਼ਨ ਵਿੱਚ। ਅਸੀਂ ਉਹਦੇ ਵੱਲੋਂ ਬੋਲਦੇ, ਅਸੀਂ ਕਹਿੰਦੇ ਆ ਭਈ ਲੋਕਾਂ ਨੂੰ ਇਹ ਚਾਹੀਦਾ। ਦਿਆਲ ਸੋਹਣੀ ਦੱਸ ਕੇ ਗਏ ਆ, ਕਿਸੇ ਨੇ ਅਸੈਂਬਲੀ 'ਚ ਉਠਾਇਆ ਵਾ ਵੀ 3 ਮਾੜੇ ਕਾਨੂੰਨ ਆ, ਸਾਨੂੰ ਸਮਝਾਉਣ ਤੇ ਲੱਗੇ ਰਹੇ। ਦੋਵੇਂ ਪਾਰਟੀਆਂ ਹੀ ਉਹ ਕਾਨੂੰਨ ਹੀ ਇਹਨਾਂ ਵਾਸਤੇ ਬੜੇ ਚੰਗੇ ਆ। ਦੱਸੋ ਸਾਹਿਬ, ਤੁਹਾਡੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਕਿਸਾਨ ਸਮਾਜ ਮੋਰਚਾ ਸਿਆਸੀ ਬਣਾ ਕੇ ਤੇ ਪੰਜਾਬ ਦੇ 117 ਹਲਕਿਆਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ, ਜਿਸ ਵਿੱਚ ਤੁਹਾਡੀ ਵੀ ਜਥੇਬੰਦੀ ਸ਼ਾਮਲ ਆ। ਤੇ ਕੀ ਜੇ ਤੁਸੀਂ ਆਉਂਦੇ ਜੇ ਸੱਤਾ ਦੇ ਵਿੱਚ ਤੇ ਇਹ ਸਾਰੇ ਮੁੱਦੇ ਹੱਲ ਕਰ ਦਿਓਗੇ? ਅਸੀਂ ਸਿਹਤ, ਸਿੱਖਿਆ ਤੇ ਰੁਜ਼ਗਾਰ ਇਹਦੇ ਵਾਸਤੇ ਗਰੰਟੀ ਕਰਦੇ ਹਾਂ ਵੀ ਇਹ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ, ਇਹ ਇੱਥੇ ਪੂਰਾ ਹੋ ਸਕਦਾ ਹੈ ਸਾਡਾ। ਆ ਜਿਹੜੀਆਂ ਪ੍ਰਾਈਵੇਟ ਸਟੇਸ਼ਨ ਨੂੰ ਦੇ ਕੇ ਤਾਂ ਆਪਣਾ ਬੜਾਵਾ ਭਈ ਸਾਡੀਆਂ ਜਿਹੜੀਆਂ ਫੈਕਟਰੀਆਂ ਜਿਹੜੀਆਂ ਉਹ ਵੀ ਪ੍ਰਾਈਵੇਟ ਜਿਹੜੀਆਂ ਕਰ ਦਿੱਤੀਆਂ। ਸਾਡੇ ਅਦਾਰੇ ਬਿਜਲੀ ਬੋਰਡ ਸੀ ਜਿਹਦੇ ਮੈਂ ਕੰਮ ਕਰਦਾ ਰਿਹਾ, ਜਦੋਂ ਅਸੀਂ ਕੰਮ ਕਰਦੇ ਹਾਂ ਉਦੋਂ ਬਿਜਲੀ ਬੋਰਡ ਘਾਟੇ ਵਿੱਚ ਨਹੀਂ ਸੀਗਾ, ਵਾਧੇ ਵਿੱਚ ਸੀਗਾ। ਅੱਜ ਉਹ ਘਾਟੇ 'ਚ ਆ। ਕਿੱਦਾਂ ਘਾਟੇ 'ਚ ਆ, ਕਿਉਂ ਘਾਟੇ 'ਚ ਆ, ਇਹਦੇ ਬਾਰੇ ਕਿਸੇ ਨੂੰ ਚਿੰਤਾ ਨਹੀਂ। ਜਿਹੜੇ ਸਕੂਲ ਤੁਹਾਡੇ ਜਿਹੜੇ ਅਸੀਂ ਜਦੋਂ ਪੜ੍ਹਦੇ ਹਾਂ ਉਦੋਂ ਆਸ ਸੀ ਵੀ 10ਵੀਂ ਤੋਂ ਬਾਅਦ ਮੁੰਡਿਆਂ ਨੂੰ ਕਿਤੇ ਭਰਤੀ ਕਰਾ ਦਾਂਗੇ, ਕਿਤੇ ਕੰਡਕਟਰ ਲਵਾ ਦਿਆਂਗੇ। ਟਰਾਂਸਪੋਰਟ ਦਾ ਮਹਿਕਮਾ ਸਾਰਾ ਖਤਮ, ਬਿਜਲੀ ਬੋਰਡ ਖਤਮ, ਰੇਲਵੇ ਵੇਚ ਦਿੱਤੀ ਤੇ ਕਿਸੇ ਨੂੰ ਕੋਈ ਚਿੰਤਾ ਨਹੀਂ। ਜਿਹੜਾ ਵਿਧਾਇਕ ਇੱਥੋਂ ਘੱਲ ਦਿੰਦੇ ਅਸੀਂ ਚੁਣ ਕੇ, ਸਾਡੇ ਦੇ ਰਿਕਾਰਡ ਆ, ਔਨ ਰਿਕਾਰਡ ਕੱਢ ਕੇ ਵੇਖ ਲੈਣ। ਜਿਹੜਾ ਪਹਿਲੋਂ 3 ਵਾਰੀ ਰਿਹਾ ਉਹਨੇ ਇੱਕ ਵਾਰੀ ਵੀ ਨਹੀਂ ਉੱਥੇ ਅਸੈਂਬਲੀ ਜਾ। ਜਿਹੜਾ ਹੁਣ ਗਿਆ ਵਾ ਉਹਨੇ ਵੀ, ਪਿਓ ਦੇ ਪੁੱਤ ਨੇ ਇੱਕ ਵਾਰੀ ਵੀ ਨਹੀਂ ਜਾ ਕੇ ਕਿਹਾ ਵੀ ਆਹ ਸਾਨੂੰ ਚਾਹੀਦਾ। ਨਵਾਂ ਕੀ ਸੋਚਿਆ ਹੁਣ ਬਣਾ ਲਿਆ ਇਹਨਾਂ ਨੇ ਆਪਣਾ ਪਖੰਡ ਵੀ ਆਪਣਾ 4 ਸਾਲ ਕੀਤਾ ਕੋਈ ਨਹੀਂ, ਹੁਣ ਪਤਾ ਨਹੀਂ ਕਿੱਥੋਂ ਪੈਸੇ ਆ ਗਏ। ਪਿੰਡਾਂ ਵਿੱਚ ਆਪ ਹੀ ਚੈੱਕ ਦਿੰਦੇ ਆ, ਆਪ ਹੀ ਕਹਿੰਦੇ ਉੱਥੋਂ ਟੈਲਾਂ ਸਾਡੀਆਂ ਬਣਦੀਆਂ, ਉੱਥੋਂ ਲੈ ਆਵੀਂ। ਟੈਲਾਂ ਵੀ ਆਪਣੀਆਂ, ਚੈੱਕ ਵੀ ਆਪਣਾ। ਹੈਰਾਨਗੀ ਵਾਲੀ ਗੱਲ ਆ ਵੀ ਕਿਉਂ ਸਾਨੂੰ ਇੰਨੀ ਭੁੱਖ ਵੜ ਗਈ ਆ, ਕਿਉਂ ਸਾਡੇ ਹਰੇਕ ਹੀ ਆਪਣੇ ਪਰਿਵਾਰ ਵਾਲੇ ਬਣੇ ਖਿੱਚੀ ਜਾਂਦਾ। ਇਹਨਾਂ ਲੋਕਾਂ ਦਾ ਕੀ ਬਣੂਗਾ ਜਿਨ੍ਹਾਂ ਵਾਸਤੇ ਆਪਾਂ ਨੂੰ ਬਣਾ ਕੇ ਘੱਲਦੇ ਆ। ਅਸੀਂ ਦੋ ਆਪਣਾ ਰੋਟੀਆਂ ਦੇ ਵਣਜਾਰੇ ਆ। ਇਹ ਉਮਰ ਇਦਾਂ ਦੀ ਆ, ਸਾਨੂੰ ਕੋਈ ਲਾਲਚ ਨਹੀਂ ਗਾ। ਜੇ ਅਸੀਂ ਆਵਾਂਗੇ ਤੇ ਸਾਨੂੰ ਇਹੋ ਜਿਹਾ ਰੇਤਾ ਖਾਣ ਦੀ, ਬਜਰੀ ਖਾਣ ਦੀ ਆਦਤ ਨਹੀਂ। ਸਾਡੀਆਂ ਪਹਿਲੋਂ ਵੀ ਸਾਡੇ ਜਿਹੜੇ MLA ਰਹੇ ਆ ਕਾਂਗਰੇਟਾਂ ਦੇ, 4 ਵਾਰੀ MLA ਰਹੇ, ਉਹਨਾਂ ਦੇ ਘਰ ਦੇ ਕੋਠੇ ਨਹੀਂ ਪਲਸਤਰ ਕਰ ਸਕੇ। ਆਧਾਰ ਨਾਲ ਤੁਹਾਡੇ ਸਾਹਮਣੇ ਦੇ ਸਕਦੇ ਆ। ਸਾਰੀ ਉਮਰ ਕੱਟ ਕੇ ਦੋਵੇਂ ਜੀ MLA ਬਣਦੇ ਰਹੇ। ਮੰਤਰੀ ਬਣਿਆ ਸਤਪਾਲ ਡਾਂਗ ਯਾਰ ਕਿਰਾਏ ਦੇ ਮਕਾਨ ਤੇ, ਕੋਈ ਕਰਕੇ ਵਿਖਾਲੇ ਉਦਾਹਰਨ ਕਾਇਮ। ਇਸ ਵਾਸਤੇ ਅਸੀਂ ਕਹਿੰਦੇ ਜੇ ਲੋਕਾਂ ਦਾ ਕਰਨਾ
ਰਾਜਨੀਤੀ ਵਿੱਚ ਆਉਣਾ ਤੇ ਸੇਵਾ ਭਾਵਨਾ ਨਾਲ ਆਓ, ਆਪਣੇ ਪਰਿਵਾਰ ਵਾਸਤੇ ਆਪਣੇ ਘਰ ਭਰਨ ਵਾਸਤੇ ਨਾ ਆਇਓ। ਇਸ ਵਾਸਤੇ ਅਸੀਂ ਸੰਯੁਕਤ ਸਮਾਜ ਮੋਰਚੇ ਵੱਲੋਂ ਜਿਹੜੇ ਕੈਂਡੀਡੇਟ ਉਤਾਰਾਂਗੇ ਉਹਨਾਂ ਦੀ ਅਸੀਂ ਕਲਾਸ ਆਫ ਗਰੰਟੀ ਕਰਦੇ ਤੁਹਾਨੂੰ ਵੀ ਇੱਕ ਵੀ ਪੈਸੇ ਦੇ ਰਵਾਦਾਰ ਨਹੀਂ ਹੋਣਗੇ। ਜਿਹੜੇ ਆ ਥਾਣੇਦਾਰ ਕਹਿੰਦੇ ਜੀ ਤੁਸੀਂ ਤੇ ਸਾਡੇ ਨਾਲ ਲੜਦੇ ਆਣ ਕੇ ਜਦੋਂ ਜਾਈਦਾ, ਇਹ ਪੁੱਛੋ ਜਾ ਕੇ ਉਹਨਾਂ ਨੂੰ ਜਿਹੜੇ ਸਾਡੇ ਕੋਲ ਮਹੀਨਾ ਲੈਣ ਆਉਂਦੇ, ਕਿਹੜਾ ਬੰਦਾ ਜਿਹੜਾ ਨਹੀਂ ਮਹੀਨਾ ਲੈਂਦਾ ਤਾਂ ਹੱਥ ਖੜਾ ਕਰਕੇ ਦੱਸ ਦੇ। ਜੇ ਚੌਂਕੀ ਜਾਂਦੇ ਉੱਥੇ ਉਹ ਹਾਲ, ਤਹਿਸੀਲਦਾਰ ਕੋਲ ਜਾਂਦੇ ਉੱਥੇ ਉਹ ਹਾਲ, ਕੋਈ ਆਪਣਾ ਰਜਿਸਟਰੀਆਂ ਫ੍ਰੀ ਨਹੀਂ, ਕੋਈ ਇੰਤਕਾਲ ਫ੍ਰੀ ਨਹੀਂ। ਦੱਸੋ, ਜਦੋਂ ਅਸੀਂ ਇੰਤਕਾਲ ਦੀ ਫੀਸ ਪਹਿਲੋਂ ਉੱਥੇ ਜਮ੍ਹਾਂ ਕਰਾ ਦਿੰਦੇ, ਰਸੀਦ ਕੱਟੀ ਜਾਂਦੀ, ਫਿਰ ਵੀ ਕਿਉਂ ਭਲਾ? ਇਸ ਵਾਸਤੇ ਇਹ ਤਾਣਾ ਉਲਝਿਆ ਪਿਆ, ਇਹਨੂੰ ਸੁਧਾਰਨ ਵਾਸਤੇ ਲੋਕਾਂ ਨੂੰ ਉੱਠਣਾ ਪਊਗਾ, ਲੋਕਾਂ ਨੂੰ ਇਹ ਝੰਡੇ ਤੇ ਡੰਡੇ ਚੁੱਕਣੇ ਪੈਣਗੇ, ਨਹੀਂ ਤਾਂ ਉੱਦਾਂ ਕੋਈ ਹੱਲ ਨਹੀਂਗਾ। ਜਿਹੜੀਆਂ ਸਿਆਸੀ ਪਾਰਟੀਆਂ ਇਹਨਾਂ ਨੂੰ ਥੋੜ੍ਹਾ ਜਿਹਾ ਹੁਣ ਲੋਕਾਂ ਵੱਲ ਝੁਕਾਅ ਰੱਖਣਾ ਪੈਣਾ, ਨਹੀਂ ਤਾਂ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਖਤੀ ਨਾਲ ਇਹਨਾਂ ਦਾ ਮੁਕਾਬਲਾ ਕਰਨਗੇ। ਇੰਨੇ ਵੇਲੇ ਧੰਨਵਾਦ। ਸਰਦਾਰ ਦਿਆਲ ਸਿੰਘ ਜੀ ਨਿਯਮਿਤ ਪ੍ਰਧਾਨ ਸਾਹਿਬ ਬਰਮਪੁਰਾ ਸਾਹਿਬ ਨਾਲ ਗੱਲ ਕੀਤੀ ਸੀ ਤੇ ਨੌਕਰੀਆਂ ਦਿੱਤੀਆਂ, ਬਹੁਤ ਇਲਾਕੇ ਦਿੱਤੀਆਂ ਵਾ। ਇਹਨਾਂ ਦੇ ਹੁੰਦਿਆਂ ਸਾਨੂੰ ਕੋਈ ਨੌਕਰੀ ਸਾਡੇ ਇਲਾਕੇ 'ਚ ਮਿਲੀ ਨਾ, ਕਾਂਗਰਸ ਦੇ ਹੁੰਦਿਆਂ ਕੀਤੀ ਆ। ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਵਾਂ, ਅਸੀਂ ਸਾਡਾ ਜਿਹੜਾ ਮੋਬਾਈਲ ਦਾ ਰੀਚਾਰਜ ਵਾ ਉਹ ਤੇ 400-500 'ਚ ਹੋ ਜਾਂਦਾ ਵਾ। MLA ਨੂੰ ਰੀਚਾਰਜ ਦੇ ਪੈਸੇ ਕਿੰਨੇ ਲੈਂਦੇ ਆ? ਜਿਹੜੇ ਅਸੀਂ 15-15, 20-20 ਸਾਲ ਨੌਕਰੀਆਂ ਕਰਕੇ ਆਉਂਦੇ ਆ, ਸਾਨੂੰ ਇੱਕ ਪੈਨਸ਼ਨ ਮਿਲਦੀ ਆ, ਇਹਨਾਂ ਨੂੰ 5 ਸਾਲਾਂ ਬਾਅਦ ਪੈਨਸ਼ਨ। ਫਿਰ ਕਿੰਨੀਆਂ ਪੈਨਸ਼ਨਾਂ ਲੈਣ ਡਿਆ, ਕਿੰਨੇ ਭੱਤੇ ਲੈਣ ਡਿਆ, ਜੋ ਵੀ ਕੋਈ ਇਹਨਾਂ ਦੀਆਂ ਸਿਕਿਉਰਟੀਆਂ ਲੈਣ ਡਿਆ ਸਾਡੇ ਫੰਡ 'ਚੋਂ ਜਾਣ ਡਿਆ। ਮਿੱਤਰਾ, ਇਹ ਕਿਉਂ ਨਹੀਂ ਪਿੱਛੇ ਹਟਦੇ? ਕਿਉਂ MLA ਇੰਨੇ ਜਿਹੜੇ ਲੁੱਟਣ ਡਏ ਆ, ਕਿਉਂ ਨਹੀਂ ਵਿਧਾਨ ਸਭਾ 'ਚ ਬੋਲਦੇ ਵੀ ਮੇਰਾ ਜਿਹੜਾ ਭੱਤਾ ਟੈਲੀਫੋਨ ਦਾ ਜੋ ਜਾਇਜ਼ ਉਹ ਮੈਨੂੰ ਦਿੱਤਾ ਜਾਵੇ, ਜੋ ਤੇਲ ਉਹ ਦਿੱਤਾ ਜਾਵੇ, ਜਿੰਨੀ ਤਰ੍ਹਾਂ ਇੱਕ ਪੈਨਸ਼ਨ ਵਾ ਇੱਕ ਪੈਨਸ਼ਨ ਦਿੱਤੀ ਜਾਵੇ, ਦੂਜਿਆਂ ਗਰੀਬਾਂ ਨੂੰ ਵੰਡਿਆ ਜਾਵੇ। ਇਹ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਸਾਰੇ ਜਿੰਨੇ MLA ਆ ਸਾਰੇ ਉੱਥੇ ਜਾ ਕੇ ਬੋਲਣ, ਫਿਰ ਹੋਣਾ ਕੋ ਨਾ ਕੋ। ਫਿਰ ਇਸ ਤੋਂ ਅੱਗੇ ਭਰਾ ਜਿਹੜੇ MSC ਤੇ ਹੀ ਕੋਈ ਨਹੀਂ ਬੋਲਿਆ, ਸਾਰਿਆਂ ਨੂੰ ਹਾਕੇ ਬੋਲਣ ਦਾ, MSC ਤੇ ਬੋਲਣਾ। ਸਾਡੇ ਇਲਾਕੇ ਦੇ ਵਿੱਚ ਨਹਿਰ ਦਾ ਪਾਣੀ ਨਹੀਂ ਆਉਂਦਾ, ਕਿਤੇ ਪਾਣੀ ਨਹੀਂ ਆਉਂਦਾ, ਕੋਈ ਵਿਧਾਨ ਸਭਾ 'ਚ MLA ਨਹੀਂ ਬੋਲਦਾ। ਉਹ ਡਿਊਟੀ ਕਿਹਦੀ ਆ? ਦਿਆਲ ਸਿੰਘ ਦੀ ਆ। ਇਹਨਾਂ ਕਿਸਾਨਾਂ ਦੀ ਡਿਊਟੀ ਆ। MLA ਕੱਲ੍ਹ ਹੀ ਚੁਣਦੇ ਆ, ਕੱਲ੍ਹ ਹੀ ਵੋਟਾਂ ਪਾਉਂਦੇ ਆ, ਇਹਨਾਂ ਦੀ ਡਿਊਟੀ ਆ। ਸਭ ਨਹਿਰਾਂ ਸੁੱਕੀਆਂ ਰਹਿੰਦੀਆਂ, ਖਾਲ ਲੋਕਾਂ ਨੇ ਵਾਲੇ ਆ। ਕਿਉਂ ਵਾਲਿਆ? ਜੇ ਉਹਨੂੰ ਕੋਈ ਪਾਣੀ ਨਹੀਂ ਆਉਂਦਾ, ਉਹਨੂੰ ਪਟਵਾਰੀ ਨੂੰ ਤੋੜ ਦਿੰਦੇ ਆ ਵੀ ਜਾ ਕੇ ਮਾਮਲਾ ਲੈ। ਕਾਹਦਾ ਹੀ ਮਾਮਲਾ ਦੇਣਾ ਵਾ? ਇਹਨਾਂ ਦੀ ਜ਼ਿੰਮੇਵਾਰੀ ਸਾਰੀ। ਜੇ ਤੇ ਇਸ ਤਰ੍ਹਾਂ ਸਿਸਟਮ ਇਹਨਾਂ ਨੇ ਚਲਾ ਰੱਖਿਆ, ਇਹ ਅਸੀਂ ਉਹ ਨਹੀਂ ਉਹਨਾਂ ਨੂੰ ਫੜ ਨਹੀਂ ਗਏ ਰਹਿ ਗਏ। ਹੁਣ ਇਹਨਾਂ ਪਿੰਡਾਂ 'ਚ ਆਉਣਾ ਵਾ, ਇਹਨਾਂ ਦਾ ਵਿਰੋਧ ਹੀ ਹੋਣਾ, ਇਹਨਾਂ ਤੇ ਸਵਾਲ ਵੀ ਉੱਠਣੇ ਆ। ਫਿਰ ਆਂਦੇ ਲੀੜੇ ਪਾੜਦੇ ਆ। ਇੱਕ ਭਾਜਪਾ ਦਾ ਸੀ ਨਾ, ਉਹਦਾ ਕੱਛਾ ਵੀ ਲਾਤਾ। ਕਿਉਂ ਲਾਇਆ ਸੀਗਾ? ਉਹਨਾਂ ਨੇ ਵਾਅਦੇ ਬੜੇ ਕੀਤੇ, ਤਾਂ ਹੀ ਮੈਂ ਆਖਿਆ ਵਾਅਦੇ ਉਨੇ ਕਰਿਓ ਜਿੰਨੇ ਨਿਭਾ ਸਕਦੇ ਆ। ਅਸੀਂ ਲੋਈਆਂ ਪਾਈ ਫਿਰਦੇ ਇਹਨਾਂ ਦੇ ਘਰਾਂ 'ਚ ਪਾਉਣ ਵਾਸਤੇ। ਲੈਣੇ ਨਾ ਕੋਈ ਸਵਾਲ। ਜਿਹੜਾ ਬਰਮਪੁਰਾ ਸਾਹਿਬ ਨੇ ਆਖਿਆ ਵਾ ਕਿ ਨਸ਼ਾ ਜਿਹੜਾ 1000 ਰੁਪਇਆ ਵੀ ਦੇਣਾ ਪੈਂਦਾ, ਸ਼ਾਮਾਂ ਨੂੰ 2-2000 ਵੀ ਦੇਣਾ ਪੈਂਦਾ, ਇਹਦਾ ਮਤਲਬ ਕਰੈਕਸ਼ਨ ਤੇ ਸਿਆਸੀ ਲੋਕ ਹੀ ਤੋੜ ਦਿੰਦੇ ਆ। ਕਿਉਂ ਦਿੰਦੇ ਆ? ਕਿਉਂ ਸ਼ਰਾਬਾਂ ਵਰਤਾਉਂਦੇ ਆ? ਜਿਨ੍ਹਾਂ ਦਾ ਵਿਕਾਸ ਕੀਤਾ ਹੋਵੇ, ਇਹਨਾਂ 'ਚ ਹਿੰਮਤ ਹੋਵੇ ਸਿਆਸੀ ਲੋਕਾਂ 'ਚ, ਤੇ ਆਪਣੇ ਆਪ ਅਸੀਂ ਇਹਨਾਂ ਦੇ ਮਗਰ ਭੱਜੇ ਫਿਰੀਏ ਵੀ MLA ਸਾਹਿਬ ਬਰਮਪੁਰਾ ਸਾਹਿਬ ਤੁਹਾਨੂੰ ਅਸੀਂ ਵੋਟਾਂ ਪਾਉਣੀਆਂ, ਮੈਂ ਜੋੜਦਾ ਪਿੰਡ, ਤੂੰ ਮੇਰਾ ਕੰਮ ਕੀਤਾ ਵਾ। ਪਿੱਛੇ ਬਾਪੂ ਜੀ ਹੁਣੀ ਬਰਮਪੁਰਾ ਸਾਹਿਬ ਤੇ ਕਹਿੰਦੇ ਸੀ ਸੁਖਬੀਰ ਮਾੜਾ ਹੀ ਬੜਾ, ਗਾਲ ਵੀ ਕੱਢ ਦਿੱਤੀ। ਮੈਂ ਹੁਣ ਬੋਲਣਾ ਨਹੀਂ ਚਾਹੁੰਦਾ। ਫਿਰ ਹੁਣ ਉਹ ਚੰਗੇ ਹੋ ਗਿਆ, ਹੁਣ ਫਿਰ ਉਧਰ ਚਲੇ ਗਿਆ। ਕੀ ਵੇਖ ਲਿਆ? 5 ਵਾਰੀ ਮੁੱਖ ਮੰਤਰੀ ਬਣ ਗਿਆ ਆਪਣੇ ਬਾਦਲ ਸਾਹਿਬ। ਹੁਣ ਫਿਰ ਉਹ ਲੜਨ ਨੂੰ ਤਿਆਰ ਕਿ ਹੋਰ ਕੋਈ ਬੰਦਾ ਨਹੀਂ ਹੈਗਾ ਅਕਾਲੀ ਦਲ ਦੇ ਵਿੱਚ ਮੁੱਖ ਮੰਤਰੀ ਬਣਨ ਵਾਸਤੇ। ਇੱਕ ਹੀ ਪਰਿਵਾਰ ਨੂੰ ਸੌਂਪ ਕੇ ਰੱਖੀ ਆ, ਬਾਕੀ ਅਸੀਂ ਕੋਈ ਨਹੀਂ ਹੈਗੇ ਉਹ ਪਾਰਟੀ ਦੇ ਵਿੱਚ। ਸਭ ਕੁਝ ਸਾਨੂੰ ਸੋਚਣਾ ਪਊ। ਇੱਕ ਪਰਿਵਾਰ ਸਾਰਾ ਲੁੱਟ ਕੇ ਲੈ ਗਿਆ ਵਾ, ਅਸੀਂ ਉਹਦੇ ਮਗਰੀ ਤੁਰੇ ਫਿਰਦੇ ਹਾਂ। ਸਭ ਕੁਝ ਸਿਸਟਮ ਸੁਧਾਰਨਾ ਪਊ। ਜਿਹੜੇ ਕਹਿੰਦੇ ਬਰਮਪੁਰਾ ਸਾਹਿਬ ਵੀ ਕਿਸਾਨਾਂ ਨੇ ਇਲੈਕਸ਼ਨ ਲੜਨੀ ਆ, ਇਹ ਮੈਂ ਕਲੀਅਰ ਕਰ ਦੇਣਾ ਚਾਹੁੰਦਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾ ਮੈਂਬਰੀ ਦੀ ਇਲੈਕਸ਼ਨ ਲੜਦੀ ਆ, ਨਾ ਸਰਪੰਚ ਦੀ, ਨਾ MLA ਦੀ। ਜਿਹੜਾ ਮੈਂਬਰੀ ਦੀ ਇਲੈਕਸ਼ਨ ਲੜਦਾ, ਅਸੀਂ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕੱਢ ਦਿੰਦੇ ਆ। ਸਾਨੂੰ ਪਤਾ ਲੱਗ ਜੇ ਕੋਈ ਵੀ ਮੰਮੀ ਅੱਜ MLA ਮੇਰੇ ਕੋਈ ਘਰ ਆ ਜੇ, ਮੇਰਾ ਪਤਾ ਲੱਗ ਜੇ ਜਥੇਬੰਦੀ ਨੂੰ ਉਹਨਾਂ ਕੱਢ ਕੇ ਉਹ ਮਾਰਨਾ। ਪ੍ਰਧਾਨ ਸਾਹਿਬ, ਜਿਹੜਾ ਤੁਸੀਂ ਆਂਦੇ ਮੈਂਬਰ ਚੋਣ ਲੜ ਜੇ ਬਾਹਰ ਕੱਢ ਕੇ ਮਾਰਦੇ ਨੇ, ਪਰ ਇਹੋ ਜਿਹਾ ਮੁੱਦਾ ਇੱਥੇ ਰਾਮਪੁਰ ਪਿੰਡ ਦੇ ਹੈਗਾ। ਤੁਹਾਡਾ ਇੱਕ ਜਿਹੜਾ ਉੱਥੇ ਪਿੰਡ ਦਾ ਪ੍ਰਧਾਨ ਹੈ, ਉਹ ਪੰਚਾਇਤ ਦਾ ਮੈਂਬਰ ਵੀ ਆ, ਫਿਰ ਉਹਨੂੰ ਤੁਸੀਂ ਕਿਉਂ ਨਹੀਂ ਕੱਢ ਕੇ ਬਾਹਰ ਮਾਰਿਆ? ਉਹ ਪਿੰਡ ਵਾਲਿਆਂ ਦੀ ਜ਼ਿੰਮੇਵਾਰੀ ਆ। ਪਿੰਡ ਵਾਲੇ ਸਾਰੀ ਦਾ ਮੈਂ ਉੱਤੇ ਪਤਾ ਨਹੀਂ ਕਿੰਨੀ ਵਾਰ ਕੇ ਸ਼ਿਕਾਇਤ ਕਰ ਦਿੱਤੀ ਆ। ਅਸੀਂ ਇਹਨੂੰ ਪ੍ਰਧਾਨ ਰੱਖਣਾ, ਮੈਂ ਕਹਿਣ ਡਿਆ, ਸਾਡੇ ਉੱਤੇ ਜਥੇਬੰਦੀ ਕਹਿਣ ਡਿਆ ਵੀ ਨਹੀਂ ਇਹਨੂੰ ਰੱਖਣਾ, ਇਹ ਮੈਂਬਰ ਪੰਚਾਇਤ ਦਾ, ਹੋਰ ਕੇ ਚੁਣ ਲਓ। ਪਤਾ ਨਹੀਂ ਅਸੀਂ ਉੱਤੇ ਕਿੰਨੀ ਵਾਰ ਸ਼ਿਕਾਇਤ ਕੀਤੀ। ਫਿਰ ਜੋ ਮੀਟਿੰਗ ਕਰਦਾ ਆਣ ਕੇ ਪਿੰਡ 'ਚ ਮੈਂ ਗੁਰਦੁਆਰੇ ਬੋਲਿਆ ਵਾ ਵੀ ਨਹੀਂ ਅਸੀਂ ਰੱਖਣਾ। 2022 ਦੀਆਂ ਚੋਣਾਂ ਆ ਰਹੀਆਂ,
ਉਹਦੇ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤੇ ਜੀਤ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅੱਜ ਲੋਕਾਂ ਦੀ ਕਚਹਿਰੀ ਵਿੱਚ ਲੋਕਾਂ ਦੇ ਮਸਲਿਆਂ 'ਤੇ ਗੱਲ ਕੀਤੀ ਆ। ਬਹੁਤ ਵੱਡੀ ਦਿਖਾਂਤੀ ਗੱਲ ਆ ਕਿ ਆਜ਼ਾਦੀ ਤੋਂ ਬਾਅਦ ਸਿਰਫ ਸਾਡੇ ਤੇ ਦੋ ਧਿਰਾਂ ਨੇ ਰਾਜ ਕੀਤਾ। ਕਾਂਗਰਸ ਸਭ ਤੋਂ ਲੰਮਾ ਸਮਾਂ ਕਾਂਗਰਸ ਨੇ ਕੀਤਾ ਜਾਂ ਅਕਾਲੀ ਦਲ ਨੇ ਕੀਤਾ। ਅੱਜ ਉਹਨਾਂ ਲੀਡਰਾਂ ਦੇ ਮੂੰਹ ਇਹ ਸੁਣਨਾ ਪੈ ਰਿਹਾ ਕਿ ਸਾਡੇ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਹੈਗੇ, ਸਾਡੇ ਸਕੂਲਾਂ ਦੇ ਵਿੱਚ ਮਾਸਟਰ ਨਹੀਂ ਹੈਗੇ। ਦੱਸੋ ਵੀ ਅਸੀਂ ਜ਼ਿੰਮੇਵਾਰ ਕਿਸ ਨੂੰ ਕਹਿ ਰਹੇ ਹਾਂ? ਤੁਸੀਂ ਇਹ ਸਾਰੇ ਜ਼ਿਲ੍ਹੇ 'ਚੋਂ ਜਾ ਕੇ ਕਿਤੇੋਂ ਪਤਾ ਕਰ ਲਓ। ਤਰਨਤਾਰਨ ਸਾਡਾ ਹਸਪਤਾਲ ਆ, ਤਰਨਤਾਰਨ ਤੋਂ ਤੁਸੀਂ ਜਾ ਕੇ ਪਤਾ ਕਰ ਲਓ ਉੱਥੇ ਡਾਕਟਰ ਪੂਰੇ ਆ। ਉੱਥੇ ਤੇ ਇਹ ਹਲਕਾ ਨਹੀਂ ਗਾ ਵੀ ਖਡੂਰ ਸਾਹਿਬ ਹਲਕਾ ਵਾ। ਅਸੀਂ ਆਪਣੀ MLA ਸੀਟ ਲੈਣ ਦੀ ਖਾਤਰ ਅਸੀਂ ਪਾਰਟੀ ਨਹੀਂ ਵੇਖਦੇ, ਮਾਰ ਕੇ ਛਾਲ ਕਦੀ ਉਸ ਧਿਰ 'ਚ ਮਾਰ ਕੇ ਛਾਲ ਕਦੀ ਉਸ ਧਿਰ। ਸਾਡੀ ਸਿਰਫ ਭੁੱਖ ਇੰਨੀ ਆ ਕਿ ਸਾਨੂੰ MLA ਦੀ ਸੀਟ ਮਿਲਣੀ ਚਾਹੀਦੀ ਆ, ਭਾਵੇਂ ਉਹ ਪਾਰਟੀ ਜਿਹੜੀ ਮਰਜ਼ੀ ਹੋਵੇ। ਇਹ ਤੋਂ ਵੱਧ ਲੋਕਾਂ ਦੀ ਖਾਤਰ ਜੇ ਸੋਚਣਾ ਤੇ ਅਸੀਂ ਵੇਖ ਲਓ ਕਿਸੇ ਸਕੂਲ 'ਚ ਜਾ ਕੇ ਵੇਖ ਲਓ, ਕਿਸੇ ਸਕੂਲ ਦੇ ਵਿੱਚ ਜਾਂ ਪੱਟੀ ਹਲਕੇ 'ਚ ਚਲ ਜਾਓ, ਤਰਨਤਾਰਨ 'ਚ ਚਲ ਜਾਓ, ਖਡੂਰ ਸਾਹਿਬ ਚਲ ਜਾਓ। ਜੇ ਕਿਸੇ ਵੀ ਸਕੂਲ ਦੇ ਵਿੱਚ ਤੁਹਾਨੂੰ ਟੀਚਰ ਪੂਰੇ ਮਿਲ ਜਾਣ ਤਾਂ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਮਾਫੀ ਮੰਗੂਗਾ। ਕਿਸੇ ਹਸਪਤਾਲ ਦੇ ਵਿੱਚ ਕਿਤੇ ਡਾਕਟਰ ਪੂਰੇ ਮਿਲ ਜਾਣ, ਕਿਸੇ ਹਲਕੇ ਦੀ ਗੱਲ ਕਰ ਲਓ, ਇਹ ਨਹੀਂ ਇੱਕ ਹਲਕੇ ਦੀ ਗੱਲ ਕਰਦੇ ਆ, ਕਿਸੇ ਹਲਕੇ ਦੇ ਵਿੱਚ ਕੋਈ ਡਾਕਟਰ ਨਹੀਂ ਆ। ਅੱਜ ਜਿਹੜੀ ਸਾਡੀ ਤਰਾਸਕੀ ਬਣੀ ਪਈ ਆ ਕਿ ਜਿਹੜੇ ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਾਇਦਾਦਾਂ ਛੱਡ ਕੇ ਇੱਧਰ ਆਏ ਸੀ। ਜਿੱਦਾਂ ਮੇਰੇ ਤੋਂ ਪਹਿਲਾਂ ਗੱਲ ਕੀਤੀ ਗਿਆ, ਸਾਡੇ ਨੌਜਵਾਨ ਦੌੜ ਲੱਗੀ ਪਈ ਆ, ਭਾਵੇਂ ਕਿਸੇ ਕੋਲ 2 ਕਿੱਲੇ ਜ਼ਮੀਨ ਆ, ਉਹ ਆਪਣੇ ਪਿਓ ਨੂੰ ਕਹਿੰਦਾ ਵੀ ਜ਼ਮੀਨ ਵੇਚ ਦੇ, ਮੈਨੂੰ ਇੱਥੋਂ ਬਾਹਰ ਕੱਢ ਦੇ। ਤੇ ਪਿਓ ਵੀ ਇਹ ਸੋਚਦਾ ਕਿ ਉਹ ਨਸ਼ੇ ਦਾ ਜਾਲ ਸਰਕਾਰਾਂ ਵੱਲੋਂ ਵਿਛਾਇਆ ਗਿਆ, ਇਹ ਨਾ ਮੇਰਾ ਨੌਜਵਾਨ ਪੁੱਤਰ ਕਿਤੇ ਨਸ਼ੇ 'ਚ ਫਸ ਜੇ ਤੇ ਲਾ ਕੇ ਪੈਸੇ ਨੂੰ ਬਾਹਰ ਭੇਜਦਾ। ਅੱਜ ਸਾਨੂੰ ਸੋਚਣ ਸਮਝਣ ਦੀ ਲੋੜ ਹੈ। ਇਹ ਨਹੀਂ ਤਾਂ ਅਸੀਂ ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰਕੇ ਸਿਰਫ ਆਪਣੇ MLA ਦੀ ਭੁੱਖ ਦਾ ਖਾਤਰ ਬਾਕੀ ਗੱਲਾਂ ਨੂੰ ਲੁਕਾਈਏ। ਅੱਜ ਅਸੀਂ ਮੈਦਾਨ ਦੇ ਵਿੱਚ ਆ ਕੇ ਜਿਹੜੇ ਲੋਕਾਂ ਦੇ ਸਹੀ ਮੁੱਦੇ ਆ, ਅੱਜ ਲੋਕ ਤਰਸ ਰਹੇ ਆ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਸਾਡੇ ਤੋੜ ਪਿੰਡ ਦੀ ਕਹਾਣੀ ਆ, ਜਦੋਂ ਕਹਿੰਦੇ ਆਪਣਾ ਢਿੱਡ ਚੁੱਕੀਏ ਢਿੱਡ ਨੰਗਾ ਹੁੰਦਾ। ਸਾਨੂੰ 15 ਦਿਨ ਹੋ ਗਏ ਆ, ਅਸੀਂ ਇਲਾਕੇ ਦੇ ਵਿੱਚ ਰੌਲਾ ਪਾ ਰਹੇ ਆ, ਪੁਲਿਸ ਨੂੰ ਦੱਸ ਰਹੇ ਆ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚ ਰਿਹਾ। ਅੱਜ ਸਾਰਾ ਸਮੁੱਚਾ ਸਾਡਾ ਨਗਰ ਇਕੱਠਾ ਆ ਤੇ ਅਸੀਂ ਉੱਥੇ ਬੰਦੇ ਫੜਾਏ ਵੀ ਆ, ਪੁਲਿਸ ਵੀ ਸੱਦੀ ਆ। ਉੱਥੋਂ ਕਿਸੇ ਸਰਕਾਰੀ ਦਾ ਜਦੋਂ ਪੁਲਿਸ ਗਈ ਉਹਨੇ ਕਿਹਾ ਖੜੇ ਹੋ ਨਾ, ਮੈਂ ਸਵੇਰੇ ਪੇਸ਼ ਕਰਾ ਦੂੰਗਾ। ਸਾਰਾ ਸਮੁੱਚਾ ਨਗਰ ਸਾਡਾ ਇਕੱਠਾ ਆ। ਸਾਡੇ ਕੋਲ ਵੀਡੀਓ, ਜੇ ਤੁਸੀਂ ਕਹੋ ਵੀਡੀਓ ਤੁਹਾਨੂੰ ਪਾਵਾਂਗੇ, ਫਿਰ ਦੱਸਾਂਗੇ। ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ? ਖਡੂਰ ਸਾਹਿਬ ਹਲਕੇ ਦੇ ਅਸੀਂ ਵੋਟਰਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਵੀ ਇਹ ਜਿਹੜੇ ਹੁਣ ਪੈਸੇ ਵੀ ਵੰਡਣੇ, ਜਿੱਦਾਂ ਦੱਸਿਆ ਬ੍ਰਹਮਪੁਰਾ ਸਾਹਿਬ ਨੇ, ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਆਪਣੇ ਨੌਜਵਾਨਾਂ ਦਾ ਰੁਜ਼ਗਾਰ ਵੇਖੋ ਵੀ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਕਿੱਥੇ ਆ। ਅੱਜ ਜਿਹੜੇ ਨੌਜਵਾਨ ਸਾਡੇ ਨਸ਼ਿਆਂ ਨਾਲ ਮਰ ਰਹੇ ਆ, ਅਸਲੀ ਦੁਸ਼ਮਣ ਜਿਹੜਾ ਉਹਦੀ ਪਛਾਣ ਕਰੋ। ਅਸਲੀ ਦੁਸ਼ਮਣ ਸਾਡਾ ਕਿੱਥੇ ਬੈਠਾ ਜਿਹੜਾ ਸਾਡੇ ਨੌਜਵਾਨਾਂ ਨੂੰ ਬਰਬਾਦ ਕਰੀ ਜਾ। ਅਜੀਤ TV ਦਾ ਅਤੇ ਇੱਥੇ ਖੜੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਸਮਝਦਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਅੰਬੇਡਕਰ ਜੀ ਨੇ ਜਦੋਂ ਸਾਨੂੰ ਗਰੀਬ ਸਮਾਜ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਉਸ ਟਾਈਮ ਤੇ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖ ਕੇ ਇਸ ਦੀ ਵਿਰੋਧਤਾ ਕੀਤੀ ਸੀ ਤੇ ਉਹਨਾਂ ਨੇ ਇਸ ਕੀਮਤੀ ਹਥਿਆਰ ਦਾ ਜਿਹੜਾ ਰੇਟ ਹੈ ਉਹ 6 ਕਰੋੜ ਰੁਪਈਆ ਰੱਖਿਆ ਸੀ। ਪਰ ਸਾਡੇ ਸਮਾਜ ਨੇ ਇੱਕ ਕਾਗਜ਼ ਦੀ ਪਰਚੀ ਸਮਝ ਕੇ ਇਹਨੂੰ 500-400 ਰੁਪਏ ਵਿੱਚ ਵੇਚ ਕੇ ਇਹਨਾਂ ਬੇਈਮਾਨ ਲੋਕਾਂ ਦੀਆਂ ਸਰਕਾਰਾਂ ਬਣਾਈਆਂ। ਤੇ ਅੱਜ ਬਹੁਤ ਹੀ ਤਰਸਯੋਗ ਹਾਲਤ ਦੇ ਵਿੱਚ ਜਿਹੜਾ ਖੇਤ ਮਜ਼ਦੂਰ ਹੈ ਉਹ ਸਭ ਤੋਂ ਜ਼ਿਆਦਾ ਤਰਸਯੋਗ ਹਾਲਤ ਦੇ ਵਿੱਚ ਹੈ ਤੇ ਕੋਈ ਵੀ ਪਾਰਟੀ ਉਹਨਾਂ ਖੇਤ ਮਜ਼ਦੂਰਾਂ ਦੇ ਬਾਰੇ ਗੱਲ ਨਹੀਂ ਕਰਦੀ। ਸਾਡੀ ਜਿਹੜਾ ਪਾਰਟੀ ਵੱਲੋਂ ਸਮਝੌਤਾ ਕੀਤਾ ਗਿਆ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਹੈ ਤੇ ਅਸੀਂ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਵੱਡੀ ਲੀਡ ਤੇ ਇੱਥੋਂ ਜਿਤਾਵਾਂਗੇ ਤੇ ਜੋ ਕਿ ਵਿਧਾਨ ਸਭਾ ਦੇ ਵਿੱਚ ਜਾ ਕੇ ਗਰੀਬ ਮਜ਼ਦੂਰਾਂ ਦੀ ਗੱਲ ਹੋ ਸਕੇ। ਇਹਨਾਂ ਹੀ ਕਹਿੰਦਾ ਆਪ ਤੋਂ ਰਜਾ ਲੈਣਾ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ। ਅੱਜ ਇੱਥੇ ਪੁੱਜੇ ਅਜੀਤ ਵੈਬ TV ਵੱਲੋਂ ਲੋਕਾਂ ਦੀ ਕਚਹਿਰੀ ਦੀ ਪੇਸ਼ਕਸ਼ ਵਿੱਚ ਪੁੱਜੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਆਪਣੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇੱਥੇ ਪੁੱਜਣ ਤੇ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਅੱਜ ਜਿਹੜੇ ਮੁੱਦੇ ਨੇ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਗਏ ਨੇ, ਸੋ ਸਵਾਲ ਜਵਾਬ ਹੋਏ ਨੇ। ਸੋ ਅੱਜ ਦੀ ਇਸ ਪੇਸ਼ਕਾਰੀ ਦੇ ਵਿੱਚ ਰਿਸ਼ਪਾਲ ਸਿੰਘ ਕੁਲਾਰ ਪੱਤਰਕਾਰ ਖਡੂਰ ਸਾਹਿਬ ਦੇ ਨਾਲ, ਕੈਮਰਾਮੈਨ ਸਕੱਤਰ ਸਿੰਘ ਜੀ ਅਟਵਾਲ ਸਾਬੀ ਗੋਂਦਵਾਲ ਸਾਹਿਬ ਤੋਂ, ਔਰ ਹਰਵਿੰਦਰ ਸਿੰਘ ਜੀ ਧੁੰਦਾ ਪੱਤਰਕਾਰ ਫਤਿਆਬਾਦ ਤੋਂ। ਸੋ